ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਪੂਰਨ ਪ੍ਰਤੀਯੋਗਿਤਾ ਦੇ ਅੰਤਰਗਤ ਵਟਾਂਦਰੇ ਦੀ ਕੁਸ਼ਲਤਾ, ਵੈਲਫੇਅਰ ਐਲੋਕੇਟਿਵ ਐਫੀਸ਼ੀਐਂਸੀ ਅੰਡਰ ਪਰਫੈਕਟ ਕੰਪੀਟੀਸ਼ਨ। ਜਿਵੇਂ ਕਿ ਪਹਿਲਾਂ ਤੁਸੀਂ ਦੇਖਿਆ ਸੀਗਾ ਕਿ 4 ਫੈਕਟਰ ਆਫ ਜਿਹੜੇ ਪ੍ਰੋਡਕਸ਼ਨ ਸੀ ਉਹਨਾਂ ਨੂੰ ਆਪਾਂ ਡਿਫਰੈਂਟ ਫਾਰਮਸ ਆਫ ਮਾਰਕੀਟਸ ਦੇ ਵਿੱਚ ਜਿਹੜੇ ਆਪਣੇ ਪ੍ਰੋਡਿਊਸਰਸ ਨੇ ਯੂਜ਼ ਕਰਦੇ ਨੇ, ਉਹਨਾਂ ਦਾ ਜਿਹੜਾ ਐਲੋਕੇਟਿਵ ਐਫੀਸ਼ੀਐਂਸੀ ਹੈ, ਐਫੀਸ਼ੀਐਂਸੀ ਦੇ ਥਰੂ ਉਹਨਾਂ ਦਾ ਯੂਜ਼ ਕਰਦੇ ਨੇ ਤਾਂ ਜੋ ਉਹਨਾਂ ਦੀ ਐਫੀਸ਼ੀਐਂਸੀ ਜ਼ਿਆਦਾ ਹੋਵੇ ਤੇ ਉਹਨਾਂ ਦੀ ਜਿਹੜੀ ਕਾਸਟ ਹੈ ਉਹ ਘੱਟ ਤੋਂ ਘੱਟ ਹੈ। ਇਸੇ ਤਰ੍ਹਾਂ ਆਪਾਂ ਅੱਜ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਐਲੋਕੇਟਿਵ ਐਫੀਸ਼ੀਐਂਸੀ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੇ ਡਿਫਰੈਂਟ ਜਿਹੜੇ ਟਾਈਪਸ ਆਫ ਰਿਸੋਰਸਿਸ ਹੁੰਦੇ ਨੇ ਫੈਕਟਰ ਆਫ ਪ੍ਰੋਡਕਸ਼ਨ ਦੇ, ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ, ਤੇ ਉਹਨਾਂ ਨੂੰ ਇਫੈਕਟਿਵ ਵੇ ਦੇ ਨਾਲ ਵਰਤੇ ਜਾਂਦਾ ਹੈ ਤਾਂ ਜੋ ਉਹ ਸਾਡੀਆਂ ਜਿਹੜੀਆਂ ਪ੍ਰੈਜ਼ੈਂਟ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਵੀ ਪੂਰਾ ਕਰ ਸਕਣ ਤੇ ਜਿਹੜੇ ਫਿਊਚਰਸ ਦੇ ਲਈ ਵੀ ਸੇਫ ਰਹਿ ਸਕਣ। ਤਾਂ ਵੈਲਫੇਅਰ ਭਲਾਈ, ਠੀਕ ਹੈ, ਕਿ ਕਿਸ ਤਰ੍ਹਾਂ ਆਪਾਂ ਐਲੋਕੇਟਿਵ ਐਫੀਸ਼ੀਐਂਸੀ ਦੇ ਥਰੂ ਵੈਲਫੇਅਰ ਦੀ ਤਰਫ ਜਾ ਸਕਦੇ ਹਾਂ, ਜਿਹਦੇ ਥਰੂ ਪ੍ਰੋਡਿਊਸਰ ਵੈਲਫੇਅਰ ਹੋਏਗਾ, ਕੰਜ਼ਿਊਮਰ ਵੈਲਫੇਅਰ ਹੋਏਗਾ ਐਂਡ ਆਪਣੀ ਜਿਹੜੀ ਇਕੋਨਮੀ ਹੈ ਉਹ ਵੀ ਪੂਰੀ ਤਰ੍ਹਾਂ ਵੈਲਫੇਅਰ ਦੇ ਵਿੱਚ ਜਾਏਗੀ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪਰਫੈਕਟ ਕੰਪੀਟੀਸ਼ਨ ਹੁੰਦਾ ਕਿ ਆਪਾਂ ਨੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਐਲੋਕੇਟਿਵ ਐਫੀਸ਼ੀਐਂਸੀ ਦੀ ਗੱਲ ਕਰਨੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਹੜੀ ਮਾਰਕੀਟ ਹੈ ਆਪਣੀ ਇਹ 2 ਪਾਰਟਸ ਦੇ ਵਿੱਚ ਡਿਵਾਈਡ ਕੀਤੀ ਹੋਈ ਹੈ, ਇੱਕ ਤਾਂ ਪਰਫੈਕਟ ਕੰਪੀਟੀਸ਼ਨ ਐਂਡ ਦੂਸਰਾ ਹੈ ਇਮਪਰਫੈਕਟ ਕੰਪੀਟੀਸ਼ਨ। ਪਰਫੈਕਟ ਕੰਪੀਟੀਸ਼ਨ ਜਿਹਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਐਂਡ ਸੈਲਰਸ ਹੁੰਦੇ ਨੇ, ਤੇ ਇਮਪਰਫੈਕਟ ਕੰਪੀਟੀਸ਼ਨ ਜਿਹਦੇ ਵਿੱਚ ਡਿਫਰੈਂਟ ਫਰਮਸ ਹੁੰਦੀਆਂ ਨੇ, ਫਿਊ ਫਰਮਸ ਹੋ ਸਕਦੀਆਂ ਨੇ, 2 ਫਰਮਸ ਹੋ ਸਕਦੀਆਂ ਨੇ, ਮੋਨੋਪੋਲੀ, ਓਲੀਗੋਪੋਲੀ, ਡਿਊਪੋਲੀ, ਮੋਨੋਪੋਲਿਸਟਿਕ, ਠੀਕ ਆ, ਉਹ ਇਮਪਰਫੈਕਟ ਕੰਪੀਟੀਸ਼ਨ ਮਾਰਕੀਟ ਹੁੰਦੀ ਹੈ। ਤੇ ਅੱਜ ਅਸੀਂ ਗੱਲ ਕਰਨੀ ਹੈ ਪਰਫੈਕਟ ਕੰਪੀਟੀਸ਼ਨ ਜਿਹਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਹੁੰਦੇ ਨੇ ਤੇ ਜਿਹੜੇ ਪ੍ਰੋਡਕਟਸ ਹੁੰਦੇ ਨੇ ਸੇਲ ਕੀਤੇ ਜਾਂਦੇ ਨੇ, ਪ੍ਰੋਡਿਊਸ ਕੀਤੇ ਜਾਂਦੇ ਨੇ, ਉਹ ਹੋਮੋਜੀਨੀਅਸ ਪ੍ਰੋਡਕਟਸ ਹੁੰਦੇ ਨੇ। ਜਿਹੜੀ ਪ੍ਰਾਈਸ ਹੈ ਉਹ ਇੰਡਸਟਰੀ ਦੇ ਦੁਆਰਾ ਫਿਕਸ ਕੀਤੀ ਜਾਂਦੀ ਹੈ। ਕਿਸੇ ਵੀ ਇੱਕ ਫਰਮ ਦਾ ਵਸਤੂ ਦੀ ਪ੍ਰਾਈਸ ਤੇ ਕੰਟਰੋਲ ਨਹੀਂ ਹੁੰਦਾ ਤੇ ਜਿਹੜੀਆਂ ਨਿਊ ਫਰਮਸ ਨੇ ਉਹ ਮਾਰਕੀਟ ਦੇ ਵਿੱਚ ਐਂਟਰ ਵੀ ਹੋ ਸਕਦੀਆਂ ਨੇ ਤੇ ਪੁਰਾਣੀਆਂ ਫਰਮਾਂ ਨੇ ਜਿਹੜੀਆਂ ਉਹ ਮਾਰਕੀਟ ਨੂੰ ਛੱਡ ਕੇ ਵੀ ਜਾ ਸਕਦੀਆਂ ਨੇ। ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਐਲੋਕੇਟਿਵ ਐਫੀਸ਼ੀਐਂਸੀ, ਕਿ ਐਫੀਸ਼ੀਐਂਸੀ ਹੁੰਦੀ ਕੀ ਹੈ, ਐਫੀਸ਼ੀਐਂਸੀ ਦੀ ਡੈਫੀਨੇਸ਼ਨ ਕਿ ਐਫੀਸ਼ੀਐਂਸੀ ਕਹਿੰਦੇ ਕੀ ਨੇ। ਐਫੀਸ਼ੀਐਂਸੀ ਤੁਹਾਨੂੰ ਪਤਾ ਹੈ ਕਿ ਐਫੀਸ਼ੀਐਂਸੀ ਮੀਨਸ ਕੁਸ਼ਲਤਾ, ਵਰਕ ਕਰਨ ਦੀ ਕੁਸ਼ਲਤਾ, ਵਰਕ ਕਰਨ ਦੀ ਕਪੈਸਿਟੀ, ਕਿ ਆਪਾਂ ਕਿੰਨਾ ਵਰਕ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਕਿ ਡਿਫਰੈਂਟ ਫੈਕਟਰ ਆਫ ਪ੍ਰੋਡਕਸ਼ਨਸ ਲਗਾਏ ਜਾਂਦੇ ਨੇ, ਲੈਂਡ, ਲੇਬਰ ਐਂਡ ਕੈਪੀਟਲ। ਕੈਪੀਟਲ ਐਂਡ ਜਿਹੜੀ ਲੇਬਰ ਹੁੰਦੀ ਹੈ, ਟੈਕਨੋਲੋਜੀ ਐਂਡ ਲੇਬਰ ਦੇ ਵਿੱਚ ਕੀ ਹੁੰਦਾ, ਸਬਸਟੀਟਿਊਟ ਹੁੰਦਾ। ਤਾਂ ਆਪਾਂ ਉਹਨਾਂ ਦੀ ਮੇਨ ਚੀਜ਼ ਕੀ ਦੇਖਦੇ ਹਾਂ, ਐਫੀਸ਼ੀਐਂਸੀ। ਆਪਾਂ ਜਦੋਂ ਤੱਕ ਆਪਣੀ ਐਫੀਸ਼ੀਐਂਸੀ ਇਨਕਰੀਜ਼ ਹੁੰਦੀ ਹੈ ਇਹਨਾਂ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਵਧਾਵਾਂਗੇ, ਐਫੀਸ਼ੀਐਂਸੀ ਦੇ ਥਰੂ ਪ੍ਰੋਡਕਸ਼ਨ ਕਰਾਂਗੇ ਤਾਂ ਐਫੀਸ਼ੀਐਂਸੀ ਜ਼ਰੂਰੀ ਹੈ ਕਿ ਜਦੋਂ ਸਾਨੂੰ ਵਰਕਿੰਗ ਕਪੈਸਿਟੀ ਪਤਾ ਲੱਗਦਾ ਤੇ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨਾ ਵੀ ਜ਼ਰੂਰੀ ਹੈ ਇੱਕ ਫਰਮਸ ਤੇ ਇੱਕ ਪ੍ਰੋਡਿਊਸਰਸ ਦੇ ਥਰੂ। ਤਾਂ ਡੈਫੀਨੇਸ਼ਨ ਤੁਸੀਂ ਦੇਖ ਸਕਦੇ ਹੋ। ਫਰਸਟਲੀ ਕਹਿੰਦੇ ਐਫੀਸ਼ੀਐਂਸੀ ਦੀ ਸਾਨੂੰ ਲੋੜ ਕਿਉਂ ਪਈ ਹੈ। ਐਫੀਸ਼ੀਐਂਸੀ ਨੂੰ ਅਸੀਂ ਕਿਉਂ ਦੇਖਦੇ ਹਾਂ, ਕਿਉਂਕਿ ਕਹਿੰਦੇ ਜਿਹੜੇ ਆਪਣੇ ਇਕੋਨਮੀ ਦੇ ਵਿੱਚ ਰਿਸੋਰਸਿਸ ਪਾਏ ਜਾਂਦੇ ਨੇ, ਰਿਸੋਰਸਿਸ ਮੀਨਸ ਫੈਕਟਰ ਆਫ ਪ੍ਰੋਡਕਸ਼ਨ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ। ਲੈਂਡ ਦੀ ਕੁਆਂਟੀਟੀ ਐਂਡ ਲੇਬਰ ਐਂਡ ਕੈਪੀਟਲਸ ਕਹਿੰਦੇ ਇਹਨਾਂ ਦੀ ਸਕਾਰਸਿਟੀ ਹੈ। ਡਿਫਰੈਂਟ ਟਾਈਪਸ ਆਫ ਰਿਸੋਰਸਿਸ ਹੁੰਦੇ ਨੇ ਜੋ ਐਜ਼ ਆਪਾਂ ਰॉ ਮਟੀਰੀਅਲ ਯੂਜ਼ ਕਰਦੇ ਹਾਂ, ਠੀਕ ਹੈ, ਆਪਣੇ ਐਗਰੀਕਲਚਰ ਸੈਕਟਰ, ਸੈਕੰਡਰੀ ਸੈਕਟਰਸ ਦੋਨਾਂ ਤੋਂ ਆਪਾਂ ਬਾਈ ਕਰਦੇ ਹਾਂ, ਠੀਕ ਹੈ। ਤੇ ਇਹਦੇ ਵਿੱਚ ਕਹਿੰਦੇ ਜਿਹੜੇ ਡਿਫਰੈਂਟ ਟਾਈਪਸ ਆਫ ਰਿਸੋਰਸਿਸ ਹੁੰਦੇ ਨੇ ਉਹਨਾਂ ਦੀ ਜਿਹੜੀ ਆ ਸਕਾਰਸਿਟੀ ਹੈ। ਸਕਾਰਸਿਟੀ ਮੀਨਸ ਕਿ ਉਹਨਾਂ ਦੀ ਦੁਰਲਭਤਾ ਹੈ, ਕਿ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਜ਼ਿਆਦਾ ਹੈ ਲੇਕਿਨ ਉਹਨਾਂ ਦੀ ਸਪਲਾਈ ਹੈ ਉਹ ਘੱਟ ਹੈ। ਤਾਂ ਜਿਹੜੇ ਇਹ ਰਿਸੋਰਸਿਸ ਅਵੇਲੇਬਲ ਨੇ ਸਾਡੀ ਇਕੋਨਮੀ ਦੇ ਵਿੱਚ, ਇਹਨਾਂ ਦਾ ਪ੍ਰੋਪਰ ਯੂਜ਼ ਕਰਨਾ ਜ਼ਰੂਰੀ ਹੈ, ਪ੍ਰੋਪਰ ਯੂਟੀਲਾਈਜੇਸ਼ਨ ਕਰਨਾ ਜ਼ਰੂਰੀ ਹੈ ਤਾਂ ਜੋ ਜਿਹੜਾ ਆਪਣਾ ਪ੍ਰੋਡਿਊਸਰ ਤੇ ਫਰਮ ਹੈ ਇਹਨਾਂ ਨੂੰ ਪ੍ਰੋਪਰ ਯੂਜ਼ ਕਰਕੇ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰ ਸਕੇ ਤੇ ਇਹਨਾਂ ਦੀ ਵੇਸਟੇਜ ਵੀ ਨਾ ਹੋਵੇ, ਇਹਨਾਂ ਦੀ ਐਫੀਸ਼ੀਐਂਸੀ ਇਨਕਰੀਜ਼ ਕਰ ਸਕੇ ਤੇ ਇਹ ਫਿਊਚਰਸ ਦੀ ਜਨਰੇਸ਼ਨ ਦੇ ਲਈ ਵੀ ਕੀ ਰਹਿਣ, ਸੇਫ ਰਹਿਣ। ਤਦ ਕਹਿੰਦੇ ਹਰ ਇੱਕ ਕਹਿੰਦੇ ਮਾਰਕੀਟ ਦੇ ਵਿੱਚ ਹਰ ਇੱਕ ਪ੍ਰੋਡਿਊਸਰ ਤੇ ਫਰਮਸ ਦੇ ਥਰੂ ਇਫੈਕਟਿਵ ਯੂਜ਼ ਹੋਣਾ ਜਿਹੜਾ ਰਿਸੋਰਸਿਸ ਦਾ ਉਹ ਕੀ ਹੈ, ਜ਼ਰੂਰੀ ਹੈ। ਇੱਕ ਫੰਡਾਮੈਂਟਲ ਪ੍ਰੋਬਲਮ ਹੈ ਸੋਸਾਇਟੀ ਦੀ ਕਿ ਕਿਸ ਤਰ੍ਹਾਂ ਆਪਾਂ ਜਿਹੜੇ ਅਵੇਲੇਬਲ ਰਿਸੋਰਸਿਸ ਨੇ, ਜਿਹੜੇ ਸਕਾਰ ਰਿਸੋਰਸਿਸ ਨੇ, ਉਹਨਾਂ ਨੂੰ ਆਪਾਂ ਯੂਜ਼ ਕਰ ਸਕੀਏ ਉਹਨਾਂ ਦੇ ਬਿਨਾ ਵੇਸਟੇਜ ਤੋਂ, ਠੀਕ ਹੈ। ਤਦ ਕਹਿੰਦੇ 19 ਸੈਂਚੁਰੀ ਦੇ ਵਿੱਚ ਆਪਣਾ ਇੱਕ ਪੋਰੀਟੋ ਨਾਮ ਦਾ ਪੋਰੀਟੋ ਸੀਗਾ ਜਰਮਨ ਦਾ, ਜਿਹਨੇ ਕਹਿੰਦੇ ਆਪਣੀ ਇਸ ਮਾਰਕੀਟ ਸਟਰਕਚਰਸ ਦੇ ਵਿੱਚ ਐਫੀਸ਼ੀਐਂਸੀ ਨੂੰ ਸਮਝਾਉਣ ਦੇ ਲਈ ਡੈਫੀਨੇਸ਼ਨਸ ਦਿੱਤੀ ਸੀਗੀ
ਕਿ ਆਪਾਂ ਕਿਸ ਤਰ੍ਹਾਂ ਟੈਕਨੋਲੋਜੀ ਐਂਡ ਪ੍ਰੋਡਕਸ਼ਨਸ ਐਂਡ ਰਿਸੋਰਸਿਸ ਦੇ ਪ੍ਰੋਡਕਸ਼ਨ ਦੇ ਨੇ ਉਹਨਾਂ ਨੂੰ ਟੈਕਨੋਲੋਜੀ ਦੇ ਨਾਲ ਮਿਲਾ ਕੇ ਉਹਨਾਂ ਦੇ ਵਿੱਚ ਟੈਕਨੋਲੋਜੀ ਨਿਊ ਰਿਸਰਚ ਨਿਊ ਆਈਡੀਆਜ਼ ਲੈ ਕੇ ਆਪਣੀ ਜਿਹੜੀ ਐਫੀਸ਼ੀਐਂਸੀ ਉਹਨੂੰ ਕੀ ਕਰ ਸਕਦੇ ਆ ਇਨਕਰੀਜ਼ ਕਰ ਸਕਦੇ ਆ। ਦੈਨ ਐਫੀਸ਼ੀਐਂਸੀ ਦੀ ਡੈਫੀਨੇਸ਼ਨਸ ਕੀ ਹੋਏਗੀ ਪਰੀਟੋ ਐਫੀਸ਼ੀਐਂਟ ਐਲੋਕੇਸ਼ਨਸ ਕਹਿੰਦੇ ਕੀ ਕਹਿੰਦੇ ਨੇ an allocations of resources is Pareto efficient if it is not possible through further reallocations to make one person's better off without making someone else worse off। ਕਹਿੰਦੇ ਕੀ ਹੈ ਕਹਿੰਦੇ efficiently ਇੱਕ economy ਉਦੋਂ ਹੋਏਗੀ ਠੀਕ ਹੈ ਪਰੀਟੋ ਦੇ ਅਨੁਸਾਰ efficient allocations of resources ਉਦੋਂ ਹੋਏਗੀ ਕਹਿੰਦੇ ਜਦੋਂ ਜਿੰਨੇ ਵੀ ਸਾਡੇ ਕੋਲ ਰਿਸੋਰਸਿਸ ਅਵੇਲੇਬਲ ਨੇ ਆਪਾਂ ਉਹਨਾਂ ਡਿਫਰੈਂਟ ਰਿਸੋਰਸਿਸ ਨੂੰ ਇਸ ਤਰ੍ਹਾਂ ਯੂਜ਼ ਕਰੀਏ ਕਿ ਆਪਾਂ ਅਗਰ ਇੱਕ ਚੀਜ਼ ਨੂੰ ਇਨਕਰੀਜ਼ ਕਰੀਏ ਪ੍ਰੋਡਕਸ਼ਨ ਦੇ ਲਈ ਤਾਂ ਉਹਦੇ ਨਾਲ ਦੂਸਰੇ ਰਿਸੋਰਸਿਸ ਨੂੰ ਨੁਕਸਾਨ ਨਾ ਹੋਵੇ ਠੀਕ ਹੈ ਦੂਸਰੇ ਰਿਸੋਰਸਿਸ ਦੈਟ ਆਫ ਮੀਨਸ ਉਹਨੂੰ ਬਿਨਾਂ ਕੋਈ ਨੁਕਸਾਨ ਬਿਨਾਂ ਘਟਾਏ ਆਪਾਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕੀਏ ਦੋ ਰਿਸੋਰਸਿਸ ਦੇ ਥਰੂ ਠੀਕ ਹੈ ਇਹ ਪਰੀਟੋ ਨੇ ਦੱਸਿਆ ਸੀਗਾ ਕਿ ਐਫੀਸ਼ੀਐਂਟ ਯੂਜ਼ ਆਫ ਰਿਸੋਰਸਿਸ ਉਦੋਂ ਹੀ ਹੋਏਗਾ ਜਦੋਂ ਟੂ ਰਿਸੋਰਸਿਸ ਦੇ ਵਿੱਚ ਆਪਾਂ ਟੂ ਰਿਸੋਰਸਿਸ ਨੂੰ ਆਪਾਂ ਪ੍ਰੋਡਕਸ਼ਨ ਦੇ ਵਿੱਚ ਯੂਜ਼ ਕਰਦੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਯੂਜ਼ ਕਰੀਏ ਕਿ ਅਗਰ ਇੱਕ ਨਾਲ ਪ੍ਰੋਡਕਸ਼ਨ ਇਨਕਰੀਜ਼ ਹੁੰਦੀ ਹੈ ਤਾਂ ਉਸ ਦਾ ਦੂਸਰੇ ਰਿਸੋਰਸਿਸ ਤੇ ਕੋਈ ਵੀ ਬੈਡ ਇਫੈਕਟ ਨਾ ਪਵੇ ਉਸਨੂੰ ਦੂਸਰੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਹੀ ਆਪਣੀ ਜਿਹੜੀ ਕੁਆਂਟੀਟੀ ਹੈ ਆਊਟਪੁੱਟ ਹੈ ਇਨਕਰੀਜ਼ ਹੋਵੇ ਇਹ ਪਰੀਟੋ ਕਹਿ ਰਹੇ ਨੇ Pareto ਜਿਹੜੀ efficiency in resources allocation requires efficiently in productions which is possible with technically efficient allocation of resources ਕਹਿੰਦੇ ਜਿਹੜਾ ਪਰੀਟੋ ਆ ਉਹਨੇ ਬੋਲਿਆ ਕਿ ਜਿਹੜੀ ਇਹ ਐਫੀਸ਼ੀਐਂਸੀ ਹੈ ਇਹ ਇਨਕਰੀਜ਼ ਉਦੋਂ ਹੀ ਹੋ ਸਕਦੀ ਹੈ ਜਦੋਂ ਆਪਾਂ ਡਿਫਰੈਂਟ ਰਿਸੋਰਸਿਸ ਨੂੰ ਜਿਹੜੇ ਟੈਕਨੋਲੋਜੀ ਦੇ ਨਾਲ ਮਿਲਾ ਕੇ ਚੱਲੀਏ ਤਦ ਕਹਿੰਦੇ ਆਪਣੀ ਪ੍ਰੋਡਕਸ਼ਨ ਵੀ ਇਨਕਰੀਜ਼ ਹੋਏਗੀ ਕਾਸਟ ਵੀ ਘੱਟ ਹੋਏਗੀ ਤੇ ਜਿਹੜੇ ਰਿਸੋਰਸਿਸ ਨੇ ਉਹਨਾਂ ਦਾ ਵੀ ਇਫੈਕਟਿਵ ऑप्टिमम यूज होएगा उन्होंने वेस्टेज ਜਿਹੜੀ ਉਹ ਨਹੀਂ ਹੋਏਗੀ ਤਦ ਉਹਨੇ ਐਫੀਸ਼ੀਐਂਸੀ ਨੂੰ ਦੱਸਣ ਦੇ ਲਈ ਜਿਹੜੀਆਂ ਡਿਫਰੈਂਟ ਟਾਈਪਸ ਆਫ ਐਫੀਸ਼ੀਐਂਸੀਜ਼ ਨੇ ਉਹਨੇ ਦੱਸੀਆਂ ਨੇ ਕਿ ਆਪਾਂ ਇਹਨਾਂ ਦੇ ਅਲੱਗ-ਅਲੱਗ ਵੇਸ ਪੜਾਂਗੇ ਪ੍ਰੋਡਕਸ਼ਨ ਐਫੀਸ਼ੀਐਂਸੀ ਪੜਾਂਗੇ ਪ੍ਰੋਡਕਟ ਮਿਕਸ ਐਫੀਸ਼ੀਐਂਸੀ ਪੜਾਂਗੇ ਟੈਕਨੋਲੋਜੀ ਐਫੀਸ਼ੀਐਂਸੀ ਪੜਾਂਗੇ ਠੀਕ ਹੈ ਕਿਉਂਕਿ ਐਫੀਸ਼ੀਐਂਸੀ ਮੀਨਸ ਯੋਗਤਾ ਕੁਸ਼ਲਤਾ ਕਿ ਕਿਸ ਤਰ੍ਹਾਂ ਆਪਾਂ ਆਪਣੀ ਜਿਹੜੀ ਵਰਕਿੰਗ ਐਫੀਸ਼ੀਐਂਸੀ ਆ ਇਨ ਪ੍ਰੋਡਕਸ਼ਨ ਉਹਦੇ ਵਿੱਚ ਇਨਕਰੀਜ਼ ਕਰ ਸਕਦੇ ਆ ਤਾਂ ਪਰੀਟੋ ਨੇ ਕਿਹਾ ਸੀਗਾ ਵਿਦ ਦਾ ਹੈਲਪ ਆਫ ਟੈਕਨੀਕਲ ਟੈਕਨੋਲੋਜੀ ਆਪਾਂ ਜਿਹੜੇ ਰਿਸੋਰਸਿਸ ਨੇ ਉਹਨਾਂ ਦੀ ਐਫੀਸ਼ੀਐਂਸੀ ਇਨਕਰੀਜ਼ ਕਰ ਸਕਦੇ ਆ ਪ੍ਰੋਡਕਸ਼ਨ ਦੇ ਵਿੱਚ ਤਾਂ ਆਪਾਂ ਸਭ ਤੋਂ ਪਹਿਲਾਂ ਕੀ ਪੜ੍ਹਦੇ ਆ ਪ੍ਰੋਡਕਸ਼ਨ ਐਫੀਸ਼ੀਐਂਸੀ ਕੀ ਹੁੰਦੀ ਆ ਪ੍ਰੋਡਕਟਿਵ ਮੀਨਸ ਪ੍ਰੋਡਕਸ਼ਨ ਠੀਕ ਹੈ ਪ੍ਰੋਡਕਸ਼ਨ ਕਰਨਾ ਫੈਕਟਰ ਆਫ ਜਿਹੜੇ ਆਪਣੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਲੈਂਡ ਲੇਬਰ ਕੈਪੀਟਲ ਉਹਨਾਂ ਨੂੰ ਜਦੋਂ ਆਪਾਂ ਯੂਜ਼ ਕਰਦੇ ਤਾਂ ਆਪਾਂ ਪ੍ਰੋਡਕਸ਼ਨ ਕਰਦੇ ਹਾਂ ਤਾਂ ਕੋਈ ਵੀ ਜਿਹੜੀਆਂ ਸਾਰੀਆਂ ਫਰਮਸ ਨੇ ਆਪਣੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਉਹ ਪ੍ਰੋਡਕਸ਼ਨ ਕਰਨਗੀਆਂ ਉਹ ਕਿਸੇ ਇੱਕ ਗੁੱਡ ਦੀ ਪ੍ਰੋਡਕਸ਼ਨ ਵੀ ਕਰ ਸਕਦੀਆਂ ਨੇ ਡਿਫਰੈਂਟ ਗੁੱਡਸ ਦੀ ਪ੍ਰੋਡਕਸ਼ਨ ਵੀ ਕਰ ਸਕਦੀਆਂ ਨੇ ਤਾਂ ਉਹ ਜਿਹੜੀ ਆਪਣੀ ਪ੍ਰੋਡਕਸ਼ਨ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਐਫੀਸ਼ੀਐਂਸੀ ਕਦ ਹਾਸਲ ਕਰਨੀ ਹੈ ਉਹਨਾਂ ਦੇ ਵਿੱਚ ਐਫੀਸ਼ੀਐਂਟ ਕਦ ਹੋਣਗੇ ਠੀਕ ਹੈ ਕਹਿੰਦੇ ਇਹ ਦਾ ਫਸਟ ਇਜ਼ ਪ੍ਰੋਡਕਸ਼ਨ ਐਫੀਸ਼ੀਐਂਟੀ ਦੇ ਵਿੱਚ ਆਪਾਂ ਕੀ ਯੂਜ਼ ਕਰਾਂਗੇ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਯੂਜ਼ ਕਰਾਂਗੇ ਤੁਹਾਨੂੰ ਪਤਾ ਹੈ ਕਿ ਪ੍ਰੋਡਕਸ਼ਨ ਪੋਸੀਬਿਲਿਟੀ ਜਿਹੜੀ ਕਰਵ ਹੁੰਦੀ ਆ ਉਹ ਕੀ ਹੁੰਦੀ ਆ ਅਗਰ ਆਪਾਂ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਨੂੰ ਟੈਕਨੀਕਲੀ ਟੈਕਨੋਲੋਜੀ ਨਾਲ ਯੂਜ਼ ਕਰਦੇ ਹਾਂ ਠੀਕ ਹੈ ਆਪਣਾ ਟੈਕਨੀਕਲੀ ਵਰਕ ਕਰਦੇ ਹਾਂ ਦੋ ਗੁੱਡਸ ਦੀ ਪ੍ਰੋਡਕਸ਼ਨ ਤੇ ਠੀਕ ਹੈ ਉਹਨਾਂ ਦੇ ਵਿੱਚ ਇੱਕ ਨੂੰ ਇਨਕਰੀਜ਼ ਇੱਕ ਨੂੰ ਡਿਕਰੀਜ਼ ਤਾਂ ਕਹਿੰਦੇ ਆਪਣੀ ਜਿਹੜੀ ਪੀਪੀਸੀ ਹੈ ਉਹਨੂੰ ਆਪਾਂ ਇੱਥੇ ਪ੍ਰੋਡਕਸ਼ਨ ਪੋਸੀਬਿਲਿਟੀ ਫਰੰਟੀਅਰ ਦੇ ਥਰੂ ਇੱਕ ਇਕਨੋਮੀ ਦੇ ਵਿੱਚ ਡਿਸਕ੍ਰਾਈਬ ਕਰਦੇ ਆ ਠੀਕ ਹੈ ਜਿਵੇਂ ਕਿ ਤੁਸੀਂ ਦੇਖੀ ਹੋ ਨਾ ਕਿ ਆਪਣੇ ਜਿਹੜੇ ਰਿਸੋਰਸਿਸ ਨੇ ਉਹਨਾਂ ਦਾ ਪ੍ਰੋਡਕਸ਼ਨ ਇੱਥੇ ਪਰੀਟੋ ਨੇ ਕੀ ਗੱਲ ਕੀਤੀ ਹੈ ਕਿ ਆਪਾਂ ਜਦੋਂ ਕਿਸੇ ਚੀਜ਼ ਦੀ ਪ੍ਰੋਡਕਸ਼ਨ ਕਰਨੀ ਆ ਤਾਂ ਇਸ ਤਰ੍ਹਾਂ ਕਰਨੀ ਹੈ ਕਿ ਇੱਕ ਰਿਸੋਰਸਿਸ ਯੂਜ਼ ਕਰਨ ਨਾਲ ਦੂਸਰੇ ਰਿਸੋਰਸਿਸ ਦਾ ਨੁਕਸਾਨ ਨਾ ਹੋਵੇ ਦੂਸਰੇ ਨੂੰ ਬੈਨੀਫਿਟ ਹੋਵੇ ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਇਕਨੋਮੀ ਦੇ ਵਿੱਚ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆ ਕਿ ਇੱਕ ਪਰਸਨ ਨੂੰ ਆਪਣੇ ਕੋਲ ਟੋਟਲ ਕਿੰਨੇ ਨੇ 99 ਰੁਪੀਸ ਨੇ ਆਪਾਂ ਨੇ ਉਹਨੂੰ टू परसन ਦੇ ਵਿੱਚ ਡਿਵਾਈਡ ਕਰਨਾ ਹੈ ਤਾਂ ਆਪਾਂ ਨੇ ਇੱਕ ਪਰਸਨ ਦੇ ਵਿੱਚ 50 ਰੁਪਏ ਡਿਵਾਈਡ ਕਰਤੇ ਐਂਡ ਦੂਸਰੇ ਨੂੰ 49 ਦਿੱਤੇ ਲੇਕਿਨ ਹੁਣ ਆਪਾਂ ਨੂੰ ਇੱਥੇ ਕੀ ਲੱਗਦਾ ਹੈ ਕਿ ਨਹੀਂ ਇਕੁਅਲ 50 ਗਏ ਤੇ ਦੂਸਰੇ ਕੋਲ 49 ਗਏ ਦੂਸਰੇ ਕੋਲ ਘੱਟ ਗਏ ਨੇ ਆਪਾਂ ਇਹਨਾਂ ਦੇ ਵਿੱਚ ਇਕੁਅਲ ਡਿਸਟ੍ਰੀਬਿਊਸ਼ਨ ਕਰਨੀ ਆ
ठीक है। पॉरेटो कहते हैं कि दोनों ਨੂੰ ਇਕੁਅਲ ਐਫੀਸ਼ੀਐਂਟ ਹੋਣਾ ਚਾਹੀਦਾ, ਦੋਨਾਂ ਨੂੰ ਇਕੁਅਲ ਪ੍ਰੋਫਿਟ ਹੋਣਾ ਚਾਹੀਦਾ, ਕਿਸੇ ਨੂੰ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ, ਦੂਸਰੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਤਾਂ ਫਿਰ ਆਪਾਂ ਇੱਥੇ ਕੀ ਕਰ ਸਕਦੇ ਹਾਂ, ਅਗਰ 50 ਵਾਲੇ ਤੋਂ 1 ਰੁਪਿਆ ਲੈ ਕੇ 49 ਵਾਲੇ ਦੇ ਕੋਲ ਦਿੰਦੇ ਆ, ਉਹਦੀ 50 ਹੋ ਜਾਣਗੇ, ਲੇਕਿਨ ਦੂਸਰੇ ਦੇ ਕੀ ਹੋ ਜਾਣਗੇ 49 ਹੋ ਜਾਣਗੇ। ਤਾਂ ਫਿਰ ਇੱਥੇ ਕੀ ਹੋਏਗਾ, ਇੱਕ ਨੂੰ ਲਾਸ ਹੋਏਗਾ ਹੀ ਹੋਏਗਾ। लेकिन आप इस तो बचन के लिए दोनों इस तरह अपने दोनों इस तरह जो अपने इनकम है रुपीज़ ने डिस्ट्रीब्यूट करना है कि दोनों को नुकसान ना हो, तो आप फिर उत्थे कोई टैक्नीकल वर्क करेंगे जिहदे थ्रू कहते अपनी जी प्रॉपर डिस्ट्रीब्यूशन है रिसोर्सिस की पैसे की वो हो जाए तो दूसरे को नुकसान ना हो। अगर दूसरे को 1 रुपये का नुकसान हो रहा है तो वो नुकसान वाले मतलब नुकसान का फायदा डबल मिले, उससे कोई इक्वल मिले। अब इतने प्रोडक्टिव एफिशिएंसी की तरह भी इसी तरह ही है जिथे पर 2 गुड्स की प्रोडक्शन कर रहे हैं, अगर ਆਪਾਂ ਕਿਸੇ ਇੱਕ ਗੁੱਡ ਦੀ ਪ੍ਰੋਡਕਸ਼ਨ ਦੇ ਲਈ ਦੂਸਰੀ ਗੁੱਡ ਨੂੰ ਉਹਦੀ ਜਗ੍ਹਾ ਤੇ ਸਬਸਟੀਟਿਊਟ ਕਰ ਰਹੇ ਹਾਂ ਤਾਂ ਫਿਰ ਆਪਾਂ ਉਹਦਾ ਬੈਨੀਫਿਟ ਦੇਖਾਂਗੇ। ਅਗਰ ਤਾਂ ਬੈਨੀਫਿਟ ਜ਼ਿਆਦਾ ਹੋ ਰਿਹਾ ਹੈ ਤਾਂ ਆਪਾਂ ਉਸ ਨੂੰ ਘਟਾਵਾਂਗੇ, ਅਦਰਵਾਈਜ਼ ਨਹੀਂ ਘਟਾਵਾਂਗੇ। ਜਾਂ ਫਿਰ ਇਕੁਅਲ ਪ੍ਰੋਡਕਸ਼ਨ ਹੋ ਰਹੀ ਹੈ। ਇੱਥੇ ਪ੍ਰੋਡਕਸ਼ਨ ਪੋਸਿਬਿਲਿਟੀ ਫਰੰਟੀਅਰ ਆਫ ਐਨ ਇਕਨੋਮੀ ਦੀ ਜੋ ਡਾਇਗਰਾਮ ਹੈ ਆਪਾਂ ਇਸ ਨੂੰ ਦੇਖਦੇ ਹਾਂ, जिहदे विच टू गुड्स ने, एक गुड्स की प्रोडक्शन हो रही है, दूसरा सर्विसेज। ठीक है, तो तुहानूं पता ही है कि एक गुड की प्रोडक्शन इंक्रीज करने लिए सानूं उसते कैपिटल ज़्यादा लगानी पैंदी है। वो कैपिटल असीं दूसरे गुड की जिहड़ी दूसरे गुड की प्रोडक्शन है उन्होंने इंक्रीज करके ही लगाने हैं। तो दूसरी गुड सर्विसेज है एंड गुड्स है, हुण कि ज़्यादा गुड्स इंक्रीज हो सकती हैं या सर्विसेज इंक्रीज हो सकती हैं। तो जी अपनी PPC कर्व है, दिस इज अ प्रोडक्शन पॉसिबिलिटी कर्व विद द हेल्प ऑफ प्रोडक्शन पॉसिबिलिटी कर्व दे थ्रू आप प्रोडक्शन एफिशिएंसी की गल करेंगे, क्योंकि जी PPC है टू गुड्स की प्रोडक्शन के बारे दसदे कि किस तरह आप जी प्रोडक्शन है वो डिफरेंट पॉइंट्स से PPC से करते हैं। ठीक है, तो फिर देखो प्रोडक्शन पॉसिबिलिटी कर्व से जो अपनी ओ एक्स अक्ष से सर्विसेज लिखी हुई ने, ओ वाई एक्सिस से गुड्स लिखी हुई ने, तो जी PPC है तो 2 पॉइंट्स ने ए एंड बी जो कि दस रहे हैं गुड्स एंड सर्विसेज की प्रोडक्शन दस रहे हैं। ए पॉइंट से जो 15 गुड्स ने वो प्रोड्यूस की जाती है, 22 सर्विसेज की जाती है, एंड बी पॉइंट से 11 जो गुड्स ने उन्होंने प्रोडक्शन हो रही है एंड 25 सर्विसेज की प्रोडक्शन सर्विसेज की जा रही है। लेकिन जो सी पॉइंट है, सी पॉइंट की है, सी पॉइंट PPC के अंडर है। सी पॉइंट अगर आप सी पॉइंट पे अगर आप पहला कर रहे हैं 25 सबसिस ले रहे हैं तब इतने किया बी पॉइंट पे आपा इतने एफिशिएंट वर्क हो रहा है, एफिशिएंसी प्रोडक्टिव एफिशिएंसी दे थ्रू वर्क हो रहा है। इतने 11 एंड 25 जगह ने सबसिस प्रोडक्ट करते हैं। लेकिन अगर आप कहिए कि नहीं आपने गुड्स की प्रोडक्शन इंक्रीज करनी है तो आपने सबसिस थोड़ी जी डिक्रीज करनी करने पैंती है। ਆਪਾਂ सबसिस डिक्रीज करेंगे 25 तो 22 अपन से 3 सबसिस इंक्रीज कितने हैं जिनके थ्रू अपनी प्रोडक्शन की इंक्रीज हुई 11 टू 50 4 प्रोडक्शन इंक्रीज हुई, 4 गुड्स की प्रोडक्शन इंक्रीज हुई है। पर अपन बी तो ए पॉइंट पे चले गए, पर ए पॉइंट पे अपन किया इफेक्टिव वे दे नाल वर्क कर रहा है, इथे प्रोडक्टिव एफिशिएंसी है क्योंकि अपन जो अपन ने दिता है सबसिस घटाइयां ने उसके उत्ते प्रोडक्शन ज्यादा हुई। अगर आप सी पॉइंट की गल करें तो सी पॉइंट देखो असी अगर बी तो सी पॉइंट पे आना है तो बी ते तो 25 सबसिडी दी जा रही है, तब मैं गुड्स को बढ़ाने के लिए की किया 25 तो 17 मैं सबसिडी घटातियां, तब मेरी इतने जी 8 सबसिडी ने वो घटियां, लेकिन जी मेरी प्रोडक्शन है कितनी वधी है सिर्फ 11 तो 12, सिर्फ 1 गुड की प्रोडक्शन वधी है सी पॉइंट। तो सी पॉइंट की इनएफिशिएंट पॉइंट है। इनएफिशिएंट मीन्स कि एक जो पॉइंट है सही नहीं है, इतने प्रोडक्शन प्रॉपर नहीं हो रही, इतने कॉस्ट ज़्यादा आ रही है, इनपुट्स ज़्यादा लग रहे हैं, तो अपनी जी सबसिस है उन्होंने बहुत ज़्यादा लॉस हो रहे हैं जबकि सिर्फ एक गुड प्रोड्यूस हो रही है। इतने जो लॉस है वो 8 सबसिस है, लेकिन जी प्रोडक्शन इंक्रीज हुई है सिर्फ 1 सबसिस की है। तब फिर इतने आप बोल सकते हैं कि जी अपने 7 सबसिस ने वो वेस्ट गई ने, तब फिर इतने इनएफिशिएंट प्रोडक्शन ऑफ रिसोर्सिस हो रही है कि जिन्हें आप सबसिडी क्वांटिटी घटा रहे हैं उनकी अपनी प्रोडक्शन इंक्रीज नहीं हुई। तो सी पॉइंट साडा किया इनएफिशिएंट पॉइंट है एंड जड़ा साडा ए ते बी पॉइंट है दिस इज अ एफिशिएंट पॉइंट। ठीक है, तब क्योंकि ए थ्रू जिन्ना ਅਸੀਂ घटा रहे हैं उस ए ते बी तो ए पॉइंट ते, लेकिन साडी जेडी आउटपुट है वो ज्यादा इंक्रीज हो रही है इनपुट्स से, लेकिन सी पॉइंट
ਕੀ ਹੈ ਪੀਪੀਸੀ ਦੇ ਅੰਡਰ ਹੈ ਇਹ ਇਨਐਫੀਸ਼ੀਐਂਟ ਪੁਆਇੰਟ ਹੈ ਤਾਂ ਆਪਾਂ ਜਿਹੜੀ ਪ੍ਰੋਡਕਸ਼ਨ ਹੈ ਸੀ ਪੁਆਇੰਟ ਤੇ ਨਹੀਂ ਕਰਾਂਗੇ ਬੀ ਤੋਂ ਬਾਅਦ ਏ ਪੁਆਇੰਟ ਤੇ ਕਰਾਂਗੇ ਕਿਉਂਕਿ ਏ ਤੇ ਬੀ ਪੁਆਇੰਟ ਤੇ ਐਫੀਸ਼ੀਐਂਟ ਜਿਹੜਾ ਹੈ ਯੂਜ਼ ਹੋ ਰਿਹਾ ਹੈ ਜਿਹੜੀ ਪੋਰੀਟੋ ਦੀ ਆਪਣੀ ਡੈਫੀਨੇਸ਼ਨ ਸੀਗੀ ਕਿ ਆਪਣੀ ਜਿਹੜੀ ਸਬਸਿਸ ਹੈ ਵੀ ਗੁੱਡ ਹੈ ਉਹਨੂੰ ਵੀ ਕੋਈ ਲਾਸ ਨਾ ਹੋਵੇ ਤੇ ਇਹਦੀ ਕੁਆਂਟੀਟੀ ਇਨਕਰੀਜ਼ ਹੋਵੇ ਉਹ ਇੱਥੇ ਅਪਲਾਈ ਹੋ ਰਿਹਾ दिस इज द प्रोडक्शन पॉसिबिलिटी फ्रंटियर ऑफ एन इकोनॉमी ਜਿਹਦੇ ਥਰੂ ਕੀ ਕਰਦੇ ਆਪਾਂ ਪ੍ਰੋਡਕਸ਼ਨ ਕਰਦੇ ਆ ਆਪਾਂ ਪ੍ਰੋਡਕਸ਼ਨ ਉਦੋਂ ਹੀ ਇਨਕਰੀਜ਼ ਕਰਾਂਗੇ ਜਦੋਂ ਬਾਈ ਗੁੱਡ ਦੇ ਨਾਲ ਜਿੰਨੀ ਘਟਾ ਰਹੇ ਆਪਾਂ ਉਸ ਦੇ ਨਾਲੋਂ ਐਕਸ ਗੁੱਡ ਦੀ ਪ੍ਰੋਡਕਸ਼ਨ ਜ਼ਿਆਦਾ ਹੋਵੇ ਜਾਂ ਇਕੁਅਲ ਹੋਵੇ ਅਗਰ ਜਿਹੜੀ ਗੁੱਡ ਘਟਾ ਰਹੇ ਆ ਬਾਈ ਘਟਾ ਰਹੇ ਆ ਉਹਦੇ ਨਾਲੋਂ ਐਕਸ ਨੂੰ ਇਨਕਰੀਜ਼ ਕਰਨ ਦੇ ਲਈ ਬਾਈ ਦੇ ਨਾਲੋਂ ਜੋ ਵਾਈ ਜਿੰਨੀ ਘਟਾਈ ਹੈ ਐਕਸ ਉਹਦੇ ਨਾਲੋਂ ਘੱਟ ਇਨਕਰੀਜ਼ ਹੋ ਗਿਆ ਤਦ ਆਪਾਂ ਪ੍ਰੋਡਕਸ਼ਨ ਨਹੀਂ ਕਰਾਂਗੇ ਦਿਸ ਇਜ਼ ਅ ਇਨਐਫੀਸ਼ੀਐਂਟ ਪੁਆਇੰਟ ਦੈਨ ਐਫੀਸ਼ੀਐਂਟ ਜਦੋਂ ਸਾਨੂੰ ਵਾਈ ਗੁੱਡ ਦਾ ਵੀ ਨੁਕਸਾਨ ਨਾ ਹੋਵੇ ਤੇ ਐਕਸ ਗੁੱਡ ਦੀ ਕੁਆਂਟੀਟੀ ਵੀ ਇਨਕਰੀਜ਼ ਹੋ ਜਾਵੇ ਦਿਸ ਇਜ਼ ਅ ਪ੍ਰੋਡਕਟਿਵ ਐਫੀਸ਼ੀਐਂਸੀ ਜਿਹਦੇ ਥਰੂ ਆਪਾਂ ਜਿਹੜੀ ਪ੍ਰੋਡਕਸ਼ਨ ਹੈ ਆਪਣੀ ਇਨਕਰੀਜ਼ ਕਰ ਸਕਦੇ ਹਾਂ ਡਿਫਰੈਂਟ ਜਿਹੜੇ ਫੈਕਟਰ ਆਫ ਪ੍ਰੋਡਕਸ਼ਨ ਆਫ ਫੈਕਟਰਸ ਨੇ ਉਹਨਾਂ ਦੇ ਪ੍ਰੋਪਰ ਯੂਟਿਲਾਈਜੇਸ਼ਨਸ ਐਂਡ ਆਪਟੀਮਮ ਯੂਜ਼ ਦੇ ਥਰੂ ਐਫੀਸ਼ੀਐਂਟ ਯੂਜ਼ ਦੇ ਥਰੂ ਠੀਕ ਹੈ ਨੈਕਸਟ ਹੈ ਟੈਕਨੀਕਲ ਐਫੀਸ਼ੀਐਂਸੀ ਟੈਕਨੀਕਲ ਐਫੀਸ਼ੀਐਂਸੀ ਦੇ ਵਿੱਚ ਕੀ ਹੋਏਗਾ technical efficiency is the effectiveness with which a given set of inputs is used to produce an output. A firm is said to be technically efficient if a firm is producing the maximum output from the minimum quantity of input. But ਉਹਦੇ through ਜੋ ਆਪਣੀ production ਦੇ ਵਿੱਚ increase ਹੁੰਦਾ ਹੈ output ਦੇ ਵਿੱਚ increase ਹੁੰਦਾ ਹੈ that is technical efficiency. Modern ਇਕਨੋਮੀ ਦੇ ਵਿੱਚ ਮੋਸਟਲੀ ਇਹੀ ਵੇ ਜੋ ਹੈ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਵਰਤਿਆ ਜਾਂਦਾ ਹੈ ਜਦੋਂ ਜਿਹੜੀ ਆਪਣੀ ਕਾਸਟ ਆਫ ਪ੍ਰੋਡਕਸ਼ਨ ਹੈ ਉਹ ਕੀ ਹੁੰਦੀ ਹੈ ਘੱਟ ਹੁੰਦੀ ਹੈ ਤੇ ਟੈਕਨੀਕਲ ਐਫੀਸ਼ੀਐਂਸੀ ਦੇ ਵਿੱਚ ਜੋ ਵੀ ਆਪਾਂ ਇਨਪੁਟਸ ਯੂਜ਼ ਕਰਦੇ ਆ ਉਹ ਘੱਟ ਹੋਣਗੇ ਲੇਕਿਨ ਜਿਹੜੀ ਆਊਟਪੁੱਟ ਹੈ ਉਹ ਇਨਪੁਟਸ ਦੇ ਨਾਲੋਂ ਜ਼ਿਆਦਾ ਹੋਏਗੀ ਦਿਸ ਇਜ਼ ਟੈਕਨੀਕਲ ਐਫੀਸ਼ੀਐਂਸੀ ਤਾਂ ਫਿਰ ਆਪਾਂ ਇਸ ਵਿੱਚ ਦੇਖ ਸਕਦੇ ਹਾਂ ਕਿ ਟੈਕਨੀਕਲ ਐਫੀਸ਼ੀਐਂਸੀ ਦੀ which की Pareto efficiency ਉਹ ਕੀ ਕਹਿੰਦੇ ਨੇ ਕਿ ਟੈਕਨੀਕਲ ਐਫੀਸ਼ੀਐਂਸੀ ਦੇ ਥਰੂ ਟੈਕਨੋਲੋਜੀ ਦਾ ਯੂਜ਼ ਕਰਕੇ ਆਪਾਂ ਜਿਹੜੀ ਐਫੀਸ਼ੀਐਂਸੀ ਹੈ ਆਪਣੀ ਪ੍ਰੋਡਕਸ਼ਨ ਦੀ ਆਊਟਪੁੱਟ ਦੀ ਉਹ ਇਨਕਰੀਜ਼ ਕਰ ਸਕਦੇ ਆ the next is efficient allocation of resources among firms ਕਹਿੰਦੇ ਜਿਹੜੇ efficient allocation of resources among firms ਨੇ ਜਿੰਨੀਆਂ ਵੀ ਫਰਮਸ ਨੇ ਕਹਿੰਦੇ ਉਹਨਾਂ ਦੇ ਥਰੂ ਜਿਹੜੇ ਆਪਣੇ ਰਿਸੋਰਸਿਸ ਨੇ ਉਹਨਾਂ ਦਾ ਪ੍ਰੋਪਰ use optimum and efficient use ਕਿੱਦਾਂ ਕੀਤਾ ਜਾਵੇ ਠੀਕ ਹੈ ਪ੍ਰੋਡਕਸ਼ਨਸ ਦੇ ਵਿੱਚ ਡਿਫਰੈਂਟ ਉਹਨਾਂ ਦੇ ਰਿਸੋਰਸਿਸ ਦਾ ਕਹਿੰਦੇ in order to achieve technical efficiency resources must be allocated correctly among firms ਫਰਸਟਲੀ ਤਾਂ ਕਹਿੰਦੇ ਜਿਹੜੀਆਂ ਜਿੰਨੀਆਂ ਵੀ ਫਰਮਸ ਨੇ ਉਹ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਕਹਿੰਦੇ ਕਰੈਕਟਲੀ ਯੂਜ਼ ਕਰਨ ਕਿ ਕਿਹੜਾ ਰਿਸੋਰਸਿਸ ਸਾਡੇ ਦੇ ਲਈ ਬੈਨੀਫੀਸ਼ੀਅਲ ਹੈ ਤੇ ਕਿਸ ਰਿਸੋਰਸਿਸ ਦੇ ਥਰੂ ਜਿਹੜੀ ਸਾਡੀ ਕਾਸਟ ਹੈ ਘਟੇਗੀ ਤੇ ਜਿਹੜੀ ਸਾਡੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਹੋਏਗੀ ਕਹਿੰਦੇ ਇੱਥੇ ਕੀ ਆ ਮਾਰਜੀਨਲ ਪ੍ਰੋਡਕਟਿਵਿਟੀ ਹੈ ਜਿਹੜੀ ਸਾਡੀ ਇੱਕ ਫਰਮ ਦੀ ਕਹਿੰਦੇ ਉਸ ਤੇ ਜਿਹੜੇ ਐਫੀਸ਼ੀਐਂਟ ਐਲੋਕੇਸ਼ਨ ਆਫ ਰਿਸੋਰਸਿਸ ਨੇ ਉਹ ਡਿਪੈਂਡ ਕਰਦੇ ਨੇ ਕਹਿੰਦੇ ਇੱਥੇ ਦੇਖਣਾ ਪੈਂਦਾ ਹੈ ਕਿ ਜਿਹੜੇ ਡਿਫਰੈਂਟ ਰਿਸੋਰਸਿਸ ਨੇ ਉਹਨਾਂ ਦਾ ਅਸੀਂ ਆਪਟੀਮਮ ਐਫੀਸ਼ੀਐਂਟ ਯੂਜ਼ ਕਿੱਦਾਂ ਕਰ ਸਕੀਏ ਕਿਸ ਰਿਸੋਰਸਿਸ ਨੂੰ ਅਸੀਂ ਸਿਲੈਕਟ ਕਰੀਏ ਪ੍ਰੋਡਕਸ਼ਨਸ ਦੇ ਵਿੱਚ ਠੀਕ ਹੈ ਤੇ ਉਹਨਾਂ ਦਾ ਪ੍ਰੋਪਰ ਐਲੋਕੇਸ਼ਨ ਰਿਸੋਰਸਿਸ ਦਾ ਆਪਣੇ ਰਿਸੋਰਸਿਸ ਦੀ ਐਲੋਕੇਸ਼ਨ ਐਫੀਸ਼ੀਐਂਟ ਯੂਜ਼ ਹੋਵੇ ਅਮੰਗ ਫਰਮਸ ਦਾ ਪ੍ਰੋਡਕਸ਼ਨਸ ਦੇ ਵਿੱਚ ਚਾਹੇ ਉਹ one goods produce ਕਰਨ ਚਾਹੇ ਉਹ ਡਿਫਰੈਂਟ ਫਰਮ ਦੇ ਥਰੂ ਡਿਫਰੈਂਟ ਜਿਹੜੀਆਂ ਗੁੱਡਸ ਨੇ ਉਹਨਾਂ ਦੀ ਪਰਫੈਕਟ ਜਿਹੜੀ ਪ੍ਰੋਡਕਸ਼ਨ ਆ ਉਹ ਕਰ ਸਕੀਏ the additional condition for such efficiency is that the rate of technical substitutions among inputs must be same in productions of good if good is to be on the production possibility frontier for the better understanding ਕਹਿੰਦੇ ਫਰਸਟਲੀ ਇੱਥੇ ਕੀ ਕੀਤਾ ਜਾਂਦਾ ਰੇਟ ਆਫ ਟੈਕਨੀਕਲ ਸਬਸਟੀਟਿਊਸ਼ਨ ਰੇਟ ਆਫ ਟੈਕਨੀਕਲ ਸਬਸਟੀਟਿਊਸ਼ਨ ਦੀ ਗੱਲ ਕੀਤੀ ਗਈ ਹੈ ਕਿ ਜਦੋਂ ਆਪਾਂ ਪ੍ਰੋਡਕਸ਼ਨ ਕਰਦੇ ਹੋਈਏ ਤਾਂ ਰੇਟ ਆਫ ਟੈਕਨੀਕਲ ਸਬਸਟੀਟਿਊਸ਼ਨਸ ਕੀ ਜਦੋਂ ਆਪਾਂ ਟੈਕਨੋਲੋਜੀ ਦੇ ਬੇਸ ਤੇ ਜਿਹੜੇ ਡਿਫਰੈਂਟ ਰਿਸੋਰਸਿਸ ਨੇ ਉਹਨਾਂ ਨੂੰ ਕੀ ਕਰਦੇ ਆ ਸ਼ਿਫਟ ਕਰਦੇ ਆ ਸਬਸਟੀਟਿਊਟ ਕਰਦੇ ਆ ਐਂਡ ਟੈਕਨੀਕਲ ਮੀਨਸ ਟੈਕਨੋਲੋਜੀ ਐਂਡ ਸਬਸਟੀਟਿਊਸ਼ਨ ਮੀਨਸ x ਦੀ ਜਗ੍ਹਾ ਤੇ y ਨੂੰ ਸਬਸਟੀਟਿਊਟ ਕਰਨਾ y ਦੀ ਜਗ੍ਹਾ ਤੇ x ਨੂੰ ਸਬਸਟੀਟਿਊਟ ਕਰਨਾ ਦਿਸ ਇਜ਼ ਅ ਰੇਟ ਆਫ ਟੈਕਨੀਕਲ ਸਬਸਟੀਟਿਊਸ਼ਨਸ ਕਹਿੰਦੇ ਆਪਾਂ ਆਪਣੇ ਰਿਸੋਰਸਿਸ ਦੀ ਪ੍ਰੋਪਰ ਐਲੋਕੇਸ਼ਨ ਐਫੀਸ਼ੀਐਂਟ ਯੂਜ਼ ਦੇ ਲਈ ਕੀ ਕਰਦੇ ਆ ਆਪਾਂ ਉਹਨਾਂ ਨੂੰ ਸਬਸਟੀਟਿਊਟ ਕਰਦੇ ਆ ਜਿਵੇਂ ਕਿ ਟੂ ਰਿਸੋਰਸਿਸ ਨੇ ਕੈਪੀਟਲ ਐਂਡ ਲੇਬਰ ਹੈ ਤਾਂ ਆਪਾਂ ਜਿਸ ਦੇ ਵਿੱਚ ਜ਼ਿਆਦਾ ਬੈਨੀਫਿਟ ਹੈ ਜਿਸ ਦੇ ਵਿੱਚ ਜ਼ਿਆਦਾ ਪ੍ਰੋਡਕਸ਼ਨ ਹੋ ਸਕਦੀ ਆ ਆਪਾਂ ਉਸ ਰਿਸੋਰਸਿਸ ਨੂੰ ਕੀ ਕਰਾਂਗੇ ਯੂਜ਼ ਕਰਾਂਗੇ ਅਤੇ ਲੇਬਰ ਤੇ ਕੈਪੀਟਲ ਕਹਿੰਦੇ ਟੂ ਜਿਹੜੇ ਰਿਸੋਰਸਿਸ ਨੇ ਉਹ ਲਿੱਤੇ ਹੋਏ ਨੇ
ठीक है। ਤੇ ਉਹਨਾਂ ਦੇ ਯੂਜ਼ ਦੇ ਥਰੂ ਹੀ ਜੋ ਹੈ ਆਪਾਂ ਨੂੰ ਜਿਹੜਾ ਬਰੀਟੋ ਦੀ ਡੈਫੀਨੇਸ਼ਨ ਹੈ ਉਹ ਡਿਸਕ੍ਰਾਈਬ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਆਪਾਂ ਪ੍ਰੋਪਰ यूज कर सकते हैं रिसोर्सेज का अबव फॉर्म से थ्रू। ठीक है, तो टू गुड्स की प्रोडक्शन हो रही है, एक्स गुड एंड वाई गुड की प्रोडक्शन हो रही है। कहते जो इतने रेट ऑफ टैक्नीकल सबसटीट्यूशन है वो की होएगा एक्स एंड वाई गुड के होएगा तो कैपिटल एंड लेबर के थ्रू होएगा। कहते इतने आप किया जो लेंथ ऑफ एजवर्क बनावे आप एजवर्क्स, ठीक है, एक जिद आप लेबर और विथ ते लवांगे एंड हाइट ते लवांगे आप कैपिटल। इन्हों की जी हाइट है वो आप कैपिटल और दसांगे एंड जी विथ है वो लेबर और दसांगे। ਜਿਹੜੇ ਇਹ टू डायग्राम्स ने जिन्होंने आपने एक बॉक्स के की किया है इंक्लूड किया हुआ है। टू डायग्राम्स, एक एक्स गुड की डायग्राम जो एक्स गुड की जी प्रोडक्शन है उन्होंने दसेगी कैपिटल एंड लेबर के थ्रू, एंड दूसरी गुड है वाई गुड, ठीक है, जिन्हों आपने डिस्क्राइब किया जिस वाई गुड की प्रोडक्शन दिख रही है लेबर के कैपिटल के थ्रू। जिमें कि आप नॉर्मली देख सकते कि एक्स गुड अपनी लैफ्ट साइड जो है डाउनवर्ड उसका ओरिजन है एंड जी अपनी वाई गुड है उसका राइट साइड अबव ते ओरिजन बनया हुआ है, जितों जी ये डायग्राम्स ने एक्स एंड वाई भी स्टार्ट हो रही है। एक्स गुड का ओरिजन ओ एक्स एंड वाई गुड का ओरिजन ओ वाई है। तब फिर इतने की है जो अपनी प्रोडक्शन है, प्रोडक्शन दिख रही है आपको इंडिफरेंस कर्व्स दिख रही ने मार्जिनल रेट ऑफ सबस्टिट्यूशन दियाँ वो की है x1 एक्स गुड दी, x2 x3 x4 जो कि है इंडिफरेंस कर्व IC1 IC2 IC3 IC4 जो शो हो रही है। एंड वाई गुड दी जो प्रोडक्शन कर्व है दैट इज अ y1 y2 y3 एंड y4, ठीक है। तो ये एक दूसरे को की कर रहे हैं, टेंजेंट टच कर रहे हैं, ठीक है, जिस पॉइंट ये टच करेंगे एक दूसरे को उतो आप एक लाइन निकालेंगे वो एक्स के ओरिजन तो वो वाई के ओरिजन के तक जो इन्हों की करेगी इन्हों के पार्ट्स को जोड़ेगी, एक लाइन बन जाएगी। इन्हों के टेंजेंट्स पॉइंट्स को टच करते हुए मिड पॉइंट्स को टच करते हुए जिथे एक्स गुड एंड वाई गुड की जड़ियाँ कर्व्स ने वो एक दूसरे को टच कर रही हैं। तब फिर तुम देख सकते हो कि जो है टोटल ओके प्रोडक्शन हो रही है, इधर तो टोटल जी ओके कैपिटल यूज़ हो रही है, इधर टोटल वो जी है एल लेबर यूज़ हो रही है विथ ते, ठीक है, एंड हाइट ते कैपिटल कैपिटल यूज़ हो रही है, वो वाई ते वो एक्स की प्रोडक्शन। तो देखो ये की है डिफरेंस अपने प्रोडक्शन कर्व्स ने जी उन्होंने मिलाया, ठीक है। तो इन्होंने जड़ियाँ प्रोडक्शन कर्व के पॉइंट्स ने जिथे ये अपनिया एक दूसरे को टच कर रही ने, ठीक है, अपनिया इंडिफरेंस कर्व IC1 उन्होंने अपन नाम दे देंगे P1 P2 P3 P4 एंड देख मिड पॉइंट के नाम दिते P1 P2 P3 एंड P4। हुण इत्थे एफिशिएंट एलोकेशन ऑफ रिसोर्सिस अमंग फर्म्स कदों हो रहा है, तुसी देख सकते हो कि P1 के प्रोडक्शन लैस है, उस तो बाद P2 के प्रोडक्शन इंक्रीज हुई, ठीक है, तो उस तो बाद P3 P4। तो ये एफिशिएंट पॉइंट ने वो अगर एक दूसरे को टच करेंगे टेंजेंट होंगे तब की है उत्थे एफिशिएंट यूज़ हो रहा P1 P2 P3 P4 फोरे पॉइंट्स से जितों मिड तो लाइन निकल रही है उत्थे प्रॉपर ਜਿਹੜੇ रिसोर्सिस ने उन्होंने एलोकेशन ऑफ रिसोर्सिस मीनस प्रॉपर यूज हो रहे हैं। लेकिन ये पॉइंट जो एक दूसरे को क्रॉस कट रहे हैं जिथे अपना X2 एंड जरा Y2 है एक दूसरे को क्रॉस कट रहा है, ये पॉइंट पे उत्थे इनएफिशिएंट रिसोर्सिस का यूज हो रहा है, इनएफिशिएंट प्रोडक्शन हो रही है, इनएफिशिएंट मीनस प्रॉपर यूज नहीं हो रहा क्योंकि उत्थे जड़ा है अपनी जड़ी एक जड़ा है एक्स की या वाई की एक रिसोर्सिस की एक गुड की प्रोडक्शन ज़्यादा घट रही है लेकिन दूसरे की उन्नी ज़्यादा नहीं बद रही, दूसरे की भी घट रही है। तो फिर की है ए पॉइंट इनएफिशिएंट यूज ऑफ रिसोर्सिस आ एंड उस तो बाद जो P1 पॉइंट है वो साडे फर्स्ट से आएगा एंड P2 उस तो बाद से जो P1 पॉइंट है वो की अपना उत्थे घट लेकिन P2 उस तो बैटर ऑफ है, लेकिन P2 तो P3 बैटर ऑफ नहीं है, P3 तो ज़्यादा एफिशिएंट केड़ा है P2 है, ठीक है।
एंड P2 P1 तो भी एफिशिएंट है, P3 पॉइंट P2 तो घट एफिशिएंट है, लेकिन ये P1 P2 P3 P4 पॉइंट सारे एफिशिएंट ने एंड ਜਿਹੜਾ ਇਹ ਪੁਆਇੰਟ ਹੈ ਦਿਸ ਇਜ਼ ਦਾ ਇਨਐਫੀਸ਼ੀਐਂਟ ਪੁਆਇੰਟਸ ਕਿਉਂਕਿ ਇਹਦੇ ਵਿੱਚ ਜਿਹੜੀਆਂ ਆਪਣੀਆਂ ਕਰਵਸ ਨੇ ਇੰਡੀਫਰੈਂਸ ਕਰਵਸ ਨੇ ਉਹ ਇੱਕ ਦੂਸਰੇ ਨੂੰ ਸਾਹਮਣੇ ਤੋਂ ਨਹੀਂ ਕੱਟਣਗੇ, ਇੱਕ ਦੂਸਰੇ ਤੋਂ ਹਮੇਸ਼ਾ ਹੀ ਬੈਕ ਸਾਈਡ ਤੇ ਹੀ ਕੱਟਣਗੀਆਂ, ਟੱਚ ਕਰਨਗੀਆਂ ਟੂ ਗੁੱਡਸ ਦੀਆਂ ਜਿਹੜੀਆਂ ਹੈਗੀਆਂ ਨੇ ਕਰਵਸ ਜਿੱਥੇ ਕਹਿੰਦੇ ਐਫੀਸ਼ੀਐਂਟ ਯੂਜ਼ ਆਫ ਰਿਸੋਰਸਿਸ ਹੋਏਗਾ। ਇੱਥੇ ਐਕਸ ਐਂਡ ਵਾਈ ਗੁੱਡ ਦੀ ਹੁਣ ਦੋਨਾਂ ਦੀ ਦੋਨੇ ਸਬਸਟੀਟਿਊਟ ਵੀ ਹੋ ਰਹੀਆਂ ਨੇ ਤੇ ਦੋਨਾਂ ਦੀ ਪ੍ਰੋਡਕਸ਼ਨ ਵੀ ਵਧ ਰਹੀ ਹੈ, ਕੈਪੀਟਲ ਤੇ ਲੇਬਰ ਦੇ ਵਿੱਚ ਵੀ ਸਬਸਟੀਟਿਊਟ ਹੋ ਰਿਹਾ ਹੈ, ਠੀਕ ਹੈ। किसी की क्वांटिटी इंक्रीज हो रही है, किसी की डिक्रीज हो रही है। अपनी एचफोर्थ कर्व है जो दो गुड्स की प्रोडक्शन दस रही है गुड एक्स एंड वाई दी, ठीक है, जो दो गुड्स को मिला के एक बॉक्स बनया हुआ है जिहदे विच अपनी लेंथ ते की है लेंथ ते अपनी लेबर की क्वांटिटी है एंड लेंथ ते अपनी हाइट ते अपनी जिहड़ी है कैपिटल की क्वांटिटी है एंड विड्थ लेंथ ते है अपनी लेबर की क्वांटिटी, ठीक है। ਤੇ ਇਹਨਾਂ ਦੇ ਵਿੱਚ ਜਿਹੜੀਆਂ P1 P2 P3 ਐਂਡ P4 ਨੇ ਇਹ ਐਫੀਸ਼ੀਐਂਟ ਰਿਸੋਰਸਿਸ ਦਾ ਯੂਜ਼ ਹੋ ਰਿਹਾ ਤੇ ਐਂਡ ਇਹ ਪੁਆਇੰਟ ਤੇ ਇਨਐਫੀਸ਼ੀਐਂਟ ਰਿਸੋਰਸਿਸ ਦਾ ਜਿਹੜਾ ਯੂਜ਼ ਹੈ ਉਹ ਹੋ ਰਿਹਾ। ਇਸ ਤੋਂ ਬਾਅਦ ਹੈ ਸਾਡੀ ਐਫੀਸ਼ੀਐਂਸੀ ਇਨ ਆਊਟਪੁੱਟ ਮਿਕਸ। ਆਊਟਪੁੱਟ ਮਿਕਸ ਦੀ ਗੱਲ ਕਰਦੇ ਆਪਾਂ ਜਿਹਦੇ ਵਿੱਚ ਕਹਿੰਦੇ ਜਿਹੜੀ ਡਿਫਰੈਂਟ ਟਾਈਪਸ ਆਫ ਆਊਟਪੁੱਟ ਉਹ ਕੀਤੀ ਜਾਂਦੀ ਹੈ, ਪੂਰੀ ਇਕਨੋਮੀ ਦੇ ਵਿੱਚ ਆਊਟਪੁੱਟ ਕੀਤੀ ਜਾਂਦੀ ਹੈ। ਇੱਥੇ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ ਐਫੀਸ਼ੀਐਂਸੀ ਕੰਡੀਸ਼ਨਸ ਫॉर ਆਪਟੀਮਮ ਪ੍ਰੋਡਕਟ ਮਿਕਸ ਦੀ ਵੀ ਦਿੱਤੀ ਹੋਈ ਹੈ ਕਿ ਪ੍ਰੋਡਕਟ ਮਿਕਸ ਐਂਡ ਆਊਟਪੁੱਟ ਮਿਕਸ ਦੇ ਵਿੱਚ ਜਿਹੜੀ ਐਫੀਸ਼ੀਐਂਸੀ ਹੈ ਰਿਸੋਰਸਿਸ ਦੀ ਕਿਵੇਂ ਹੋਏਗੀ। Technical efficiency will not necessarily ensures all are Pareto optimal unless the individual preference are tied up with the production possibilities। ਕਹਿੰਦੇ ਤੇ ਕੀ ਨੈਸੈਸਿਟੀ ਕੰਡੀਸ਼ਨ ਹੈ ਇਨਸ਼ੋਰ ਕਰਦੀ ਹੈ Pareto optimum productions ਕਹਿੰਦੇ ਕਿੱਥੇ ਹੋਏਗੀ is that ਕਿਤੇ ਕਹਿੰਦੇ ਜਿੱਥੇ ਕੀ ਆ ਆਪਣਾ ਟੂ ਗੁੱਡਸ ਦਾ ਇੱਕ ਹੁੰਦਾ rate of technical substitutions and rate of marginal substitution, rate of production transformations and MRS marginal rate of substitutions ਕਹਿੰਦੇ ਜਿੱਥੇ ਕੀ ਆ ਇਕੁਅਲ ਹੋਏਗਾ ਉੱਥੇ ਜਿਹੜੀ ਪਰੀਟੋ ਦੀ ਇਹ ਡੈਫੀਨੇਸ਼ਨ ਹੈ ਉੱਥੇ ਰਿਕਵਰਸ ਹੋਏਗੀ। MRS and RPT MRS marginal rate of substitution की ਜਦੋਂ ਆਪਾਂ x and y ਗੁਣ ਨੂੰ ਜਦੋਂ ਸਬਸਟੀਟਿਊਟ ਕਰਦੇ ਆ ਐਂਡ ਅੱਗੇ ਹੈਗਾ RTS rate of technical substitutions ਕਹਿੰਦੇ ਜਿੱਥੇ ਦੋਨੇ ਇਕੁਅਲ ਹੋਣਗੇ। ਹੁਣ marginal rate of substitution ਹੈਗਾ ਜਿਹੜਾ ਉਹ PPC curve production possibility curves ਦੇ ਥਰੂ ਡਿਫਾਈਨ ਕੀਤਾ ਜਾਏਗਾ ਐਂਡ ਜਿਹੜਾ RTS ਆ RTS rate of technical substitution ਉਹ ਹੈ ਜੋ ਤੁਹਾਡਾ ਆਈਸੋਪੈਂਟਸ ਜਾਂ ਇੰਡੀਫਰੈਂਸ ਕਰਵਸ ਦੇ ਥਰੂ ਕੀ ਹੈ ਡਿਸਕ੍ਰਾਈਬ ਕੀਤਾ ਜਾਵੇਗਾ। ਹੁਣ ਇੱਥੇ ਦੇਖੋ ਜਿਹੜਾ ਹੈ ਆਪਣਾ ਪੀਪੀਸੀ ਹੈ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਹੈ, ਇਹ ਜਿਹੜੀ ਸਾਡੀ ਇੱਥੇ ਜਿਹੜਾ ਮਾਰਜਨਲ ਰੇਟ ਆਫ ਟੈਕਨੀਕਲ ਸਬਸਟੀਟਿਊਸ਼ਨ ਹੈ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਉਹ ਡਿਸਕ੍ਰਾਈਬ ਕੀਤਾ ਗਿਆ ਹੈ, ਜਿਹੜੀ ਆਪਣੀ ਇੰਡੀਫਰੈਂਸ ਕਰਵ ਹੈ ਉਹਦੇ ਥਰੂ ਰੇਟ ਆਫ ਟੈਕਨੀਕਲ ਸਬਸਟੀਟਿਊਸ਼ਨ ਹੈ ਜਿਹੜਾ ਉਹ ਡਿਸਕ੍ਰਾਈਬ ਕੀਤਾ ਜਾ ਰਿਹਾ ਹੈ। ਤਾਂ ਐਫੀਸ਼ੀਐਂਸੀ ਇਨ ਆਊਟਪੁੱਟ ਮਿਕਸ ਕਦੋਂ ਹੋਏਗਾ ਕਹਿੰਦੇ ਜਦੋਂ ਜਿਹੜਾ ਆਪਣਾ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਹੈ ਜਿਹਦੇ ਵਿੱਚ ਆਪਾਂ ਸਬਸਟੀਟਿਊਟ ਕਰਦੇ ਹਾਂ ਟੂ ਗੁੱਡਸ ਨੂੰ ਜਿਵੇਂ ਕਿ ਦਾ ਇੰਡੀਵਿਜੂਅਲ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਫॉर x ਫॉर y ਇਜ਼ ਇਕੁਅਲ ਟੂ ਦਾ ਟੈਕਨੀਕਲ rate of production transformations for x for y, hence there is a equal required condition for the overall efficiency ਕਹਿੰਦੇ ਉੱਥੇ overall efficiency ਹੋਏਗੀ ਜਿੱਥੇ ਆਪਣਾ RTS and MRS ਦੋਨੇ ਕੀ ਹੋਣਗੇ ਇਕੁਅਲ ਹੋਣਗੇ। ਤੇ ਜਿਹੜੀ PP ਹੈ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਹੈ ਜਿੱਥੇ ਆਪਾਂ ਨੂੰ ਜਿਹੜੀ ਮੈਕਸਿਮਮ ਯੂਟਿਲਿਟੀ ਆ ਉਹ ਪ੍ਰੋਵਾਈਡ ਕਰਦੀ ਆ, ਠੀਕ ਹੈ। ਤੇ ਉੱਥੇ ਮੈਕਸਿਮਮ ਯੂਟਿਲਿਟੀ ਪ੍ਰੋਵਾਈਡ ਹੋ ਰਹੀ ਹੈ ਐਂਡ ਜਿਹੜਾ ਆਪਣਾ ਕੰਜ਼ਿਊਮਰ ਨੂੰ ਐਂਡ ਜਿਹੜਾ ਆਪਣਾ ਪ੍ਰੋਡਕਸ਼ਨ ਹੈ ਫਰਮ ਹੈ ਜਿਹੜਾ ਪ੍ਰੋਡਿਊਸਰ ਹੈ ਉਹਨੂੰ ਕੀ ਹੈ ਪ੍ਰੋਡਕਸ਼ਨ ਪੋਸੀਬਿਲਿਟੀ ਕਰਵਸ ਦੇ ਥਰੂ ਵੀ ਪ੍ਰੋਪਰ ਜਿਹੜੀ ਆਊਟਪੁੱਟ ਹੈ ਉਹਦੀ ਹੋ ਰਹੀ ਹੈ, ਠੀਕ ਹੈ ਪ੍ਰੋਡਕਟ ਮਿਕਸ ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਇਸ ਡਾਇਗਰਾਮਸ ਦੇ ਵਿੱਚ ਉਹ ਐਕਸ ਅਕਸ਼ ਤੇ ਆਊਟਪੁੱਟ ਆਫ ਐਕਸ ਗੁੱਡ ਦਿੱਤੀ ਹੋਈ ਹੈ ਐਂਡ ਉਹ ਵਾਈ ਤੇ ਆਊਟਪੁੱਟ ਆਫ ਵਾਈ ਗੁੱਡ ਦਿੱਤੀ ਹੋਈ ਹੈ। ਜਿਹੜੀ ਪੀਪੀ ਐਕਸਿਸ ਆ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਤੇ ਜਿਹੜੀ ਇੱਥੇ ਯੂਟਿਲਿਟੀ ਹੈ अपने प्रोड्यूसर्स की ताऊ की है U1 एक कर्व है यूटिलिटी 2 U2 एंड यूटिलिटी 3 U3 ਤੇ ਜਿਹੜੀ ਆਪਣੀ U2 कर्व है U2 कर्व PPC कर्व ਨੂੰ प्रोडक्शन पॉसिबिलिटी कर्व ਨੂੰ ਇਹ ਪੁਆਇੰਟ ਤੇ ਕੀ ਕਰ ਰਹੀ ਹੈ ਟੱਚ ਕਰ ਰਹੀ ਹੈ।
ਤੇ ਜਿਹੜੀ ਆਪਣੀ U3 ਕਰਵ ਹੈ ਉਹ ਕੀ ਆ PPC ਤੋਂ ਅਬਵ ਹੈ ਉੱਪਰ ਹੈ ਐਂਡ ਜਿਹੜੀ U ਕਰਵ 1 ਕਰਵ ਹੈ ਉਹ ਫਰੰਟੀਅਰ ਹੈ ਠੀਕ ਹੈ ਉਹ ਨੀਚੇ ਹੈ ਵਿੱਚ ਹੈ ਤਾਂ ਹੁਣ ਇੱਥੇ ਕੀ ਹੋਏਗਾ ਐਫੀਸ਼ੀਐਂਸੀ ਇਨ ਆਊਟਪੁੱਟ ਮਿਕਸ ਕਦੋਂ ਹੋਏਗੀ ਆਊਟਪੁੱਟ ਜਦੋਂ ਆਪਾਂ ਕਰਦੇ ਆ ਪ੍ਰੋਡਕਸ਼ਨ ਮਿਕਸ ਦੇ ਵਿੱਚ ਆਪਾਂ ਪ੍ਰੋਡਕਸ਼ਨ ਕਰਦੇ ਆ ਤਾਂ ਪ੍ਰੋਪਰ ਐਫੀਸ਼ੀਐਂਸੀ ਉਹ ਟੂ ਰਿਸੋਰਸਸ ਦੀ ਕਦੋਂ ਹੋਏਗੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ ਐਫੀਸ਼ੀਐਂਸੀ ਕੰਡੀਸ਼ਨ ਫॉर ऑप्टिमम प्रोडक्शन मिक्स ਦੇ ਵਿੱਚ ਦੱਸੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ एफ पॉइंट है एफ जहाँ फिर नीचे पॉइंट है U1 कर्व के वो क्या इनएफिशिएंट है इनएफिशिएंट क्यों है क्योंकि वो एक दूसरे को क्रॉस कट कर रहे हैं सामने तो कट कर रहे हैं ठीक है तो ये किया अपना पीपीसी कर्व दे किया अंडर भी है इस पीपीसी कर्व दे अंडर है ठीक है तब क्या दे इनएफिशिएंट पॉइंट है एफ एंड U1 कर्व ठीक है एंड जी U2 कर्व ते ਇਹ ਪੁਆਇੰਟ ਹੈ ਦਿਸ ਇਜ਼ ਦਾ ਐਫੀਸ਼ੀਐਂਟ ਪੁਆਇੰਟ ਜਿੱਥੇ ਜਿਹੜੇ ਪ੍ਰੋਡਕਸ਼ਨ ਆਫ ਰਿਸੋਰਸਸ ਨੇ ਉਹਨਾਂ ਦਾ ਐਫੀਸ਼ੀਐਂਟ ਯੂਜ਼ ਹੋ ਰਿਹਾ ਪ੍ਰੋਪਰ ਯੂਜ਼ ਹੋ ਰਿਹਾ ਤੇ ਜਿਹੜੀ U3 ਕਰਵ ਹੈ ਉਹ PPC ਕਰਵ ਤੋਂ ਉੱਪਰ ਹੈ ਔਰ ਨਾਟ ਮੇਨਟੇਨੇਬਲ ਹੈ ਆਪਾਂ ਉਸ ਨੂੰ ਵੀ ਯੂਜ਼ ਨਹੀਂ ਕਰ ਸਕਦੇ ਉਹ ਵੀ ਇਨਐਫੀਸ਼ੀਐਂਟ ਪੁਆਇੰਟ ਹੈ ਉਹ ਵੀ ਪ੍ਰੋਪਰ ਜਿਹੜਾ ਹੈਗਾ ਆਪਣਾ ਪ੍ਰੋਪਰ ਐਲੋਕੇਸ਼ਨ ਆਫ ਰਿਸੋਰਸਸ ਨਹੀਂ ਹੈਗੀ ਤਾਂ ਇਹ ਪੁਆਇੰਟ ਤੇ ਜਿਹੜਾ ਆਪਣਾ ਪਰੀਟੋ ਦੀ डेफिनेशन है वो अप्लाई हो रही है क्योंकि उत्थे प्रॉपर यूटिलाइजेशन ऑफ रिसोर्सिस हो रही है ऑप्टिमम प्रोडक्ट मिक्स के विच प्रोडक्शन की जा रही है जिथे जड़ा अपना मार्जिनल रेट ऑफ सब्सटीट्यूशन इज इक्वल टू रेट ऑफ टेक्निकल सब्सटीट्यूशन रेट ऑफ ट्रांसफॉर्मेशन सब्सटीट्यूशन दे की है इक्वल है इत्थे एक्स ते वाई गुड्स ते जो भी सब्सटीट्यूट हो रहे हैं उन्हां दे विच इक्वलिटी है ठीक है जिथे आर पी टी एंड एम है आर एस की है इक्वल है ए पॉइंट तो इतने की होएगा एफिशिएंट यूज ऑफ रिसोर्सिस होएगा तो U1 एंड U3 एफ पॉइंट पे इनएफिशिएंट यूज ऑफ रिसोर्सिस होएगा ठीक है तो ये इकोनॉमिकली कीने रॉन्ग ने इकोनॉमिकली कहते बेनिफिशियल ए पॉइंट पे होएगा एफ या U1 या U3 कर्व ਦੇ ਕੋਈ ਇਕਨੋਮਿਕਲੀ ਕਹਿੰਦੇ ਬੈਨੀਫੀਸ਼ੀਅਲ ਇਹ ਪੁਆਇੰਟ ਇਕਨੋਮੀ ਦੇ ਲਈ ਨਹੀਂ ਹੈਗਾ ਪ੍ਰੋਡਿਊਸਰਸ ਦੇ ਲਈ ਤੇ ਕੰਜ਼ਿਊਮਰ ਦੇ ਲਈ ਦੋਨਾਂ ਦੇ ਲਈ ਬੈਨੀਫੀਸ਼ੀਅਲ ਨਹੀਂ ਹੈਗਾ ਬੇਸਿਕ ਆਪਣਾ ਐਫੀਸ਼ੀਐਂਸੀ ਇਨ ਆਊਟਪੁੱਟ ਮਿਕਸ ਨਾਓ ਐਫੀਸ਼ੀਐਂਸੀ ਇਨ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਕਹਿੰਦੇ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਐਫੀਸ਼ੀਐਂਸੀ ਕੀ ਹੋਏਗੀ ਹੁਣ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਫਰਮਸ ਨੇ बहुत सारिया फर्म्स ने कहते उत्थे जड़ियाँ अपने प्रोडक्ट्स ने उन्होंने कहते एक तो एलोकेटिव एफिशिएंसी की गल की गई है एक इत्थे की है प्रोडक्शन एफिशिएंसी की गल प्रोडक्शन एफिशिएंसी का मीनिंग की होंदा है डूइंग थिंग्स राइट प्रोडक्शन एफिशिएंसी का मीनिंग है डूइंग थिंग्स राइट सही चीज़ां करो कहते उही चीज़ां करो जो सही ने जिन्हां दे विच एफिशिएंसी ज़्यादा होंदी है प्रोडक्शन ज़्यादा होंदी है एलोकेटिव एफिशिएंसी मीनस डूइंग द राइट थिंग्स चीज़ां किस तरह राइट करनियां ने वो देखो डूइंग द राइट थिंग्स ठीक है इज मीनिंग ऑफ एलोकेटिव एफिशिएंसी एंड डूइंग थिंग्स राइट इट इज़ द एफिशिएंसी प्रोडक्टिव एफिशिएंसी ठीक है ये दोनों की गल की गई है अपने परफेक्टली कॉम्पीटिटिव मार्केट फर्म्स के विच कहते अ फर्म productivity efficient when total use of resources inputs result in lowest possible cost of production of output ਤੁਸੀਂ ਦੇਖੀਏ ਕਿ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਇੱਕ ਫਰਮ ਕਹਿੰਦੇ ਉਦੋਂ ਹੀ ਐਫੀਸ਼ੀਐਂਟੀ ਗੇਨ ਕਰੇਗੀ ਉਦੋਂ ਹੀ ਕਹਿੰਦੇ ਆਪਣਾ ਸਰਪਲਸ ਗੇਨ ਕਰੇਗੀ ਉਦੋਂ ਹੀ ਸਬ ਨਾਰਮਲ ਪ੍ਰਾਈਸ ਗੇਨ ਕਰੇਗੀ ਜਦੋਂ ਕਹਿੰਦੇ ਜਿਹੜੀ ਉਹਦੀ ਰਿਸੋਰਸਿਸ ਨੇ ਉਹਨਾਂ ਦਾ ਇਸ ਤਰ੍ਹਾਂ ਯੂਜ਼ ਕੀਤਾ ਜਾਵੇ ਕਿ ਇਨਪੁਟਸ ਆਪਣੇ ਘੱਟ ਤੋਂ ਘੱਟ ਲੱਗਣ ਲੇਕਿਨ ਆਪਣੇ ਆਊਟਪੁੱਟ ਹੈ ਉਹ ਉਸ ਤੋਂ ਬਹੁਤ ਜ਼ਿਆਦਾ ਘੱਟ ਜ਼ਿਆਦਾ ਹੋਵੇ ਠੀਕ ਹੈ ਇਨਪੁਟਸ ਘੱਟ ਆਊਟਪੁੱਟ ਜ਼ਿਆਦਾ ਮਿਸ ਕਾਸਟ ਆਫ ਪ੍ਰੋਡਕਸ਼ਨ ਘੱਟ ਹੋਵੇ ਲੇਕਿਨ ਆਪਣੀ ਪ੍ਰੋਡਕਸ਼ਨਸ ਜ਼ਿਆਦਾ ਹੋ ਜਾਵੇ ਉਦੋਂ ਹੀ ਕਦੇ ਆਪਣੀ ਜਿਹੜੀ ਇਕਨੋਮੀ ਹੈ ਉਹਦੇ ਵਿੱਚ ਜਿਹੜਾ ਪਰਫੈਕਟ ਕੰਪੀਟੀਸ਼ਨ ਮਾਰਕੀਟ ਫਰਮ ਹੈ ਉਹ ਐਫੀਸ਼ੀਐਂਸੀ ਦੇ ਵਿੱਚ ਹੋਏਗੀ ਇਫੈਕਟਿਵਲੀ ਕੀ ਕਰੇਗੀ वर्क करेगी कहते इत्थे किया इन रिगार्ड्स टू इंडिविजुअल फर्म्स द डेफिनेशन ऑफ एलोकेटिव एफिशिएंसी इज दैट इंडिविजुअली फर्म्स इज प्रोड्यूसिंग द करेक्ट क्वांटिटी ऑफ द राइट गुड्स डूइंग द राइट थिंग्स कहते राइट थिंग्स करके जिहड़ी अपनी राइट थिंग्स ने उन्हां दी प्रोडक्शन है जिहड़ी वो हो सकती है कहते ऑप्टिमली एलोकेटेड जिहड़े रिसोर्सेस ने कंज्यूमर्स ਉਹਨਾਂ ਦਾ ਯੂਜ਼ ਹੋਵੇ ਜਿਹੜਾ ਪ੍ਰੋਡਿਊਸਰ ਹੈ ਉਹਨੂੰ ਵੀ ਬੈਨੀਫਿਟ ਹੋਵੇ ਪ੍ਰੋਡਿਊਸਰ ਨੂੰ ਬੈਨੀਫਿਟ ਕਦੋਂ ਹੋਏਗਾ ਜਦੋਂ ਕਹਿੰਦੇ ਇਨਪੁਟਸ ਘੱਟ ਆਊਟਪੁੱਟ ਜ਼ਿਆਦਾ ਵੀ ਜਦੋਂ ਪ੍ਰੋਡਿਊਸਰਸ ਨੂੰ ਕੀ ਹੋਵੇ ਉਹਦੀ ਪ੍ਰਾਈਸ ਜ਼ਿਆਦਾ ਹੋਵੇ ਏਆਰ ਐਵਰੇਜ ਰੈਵਨਿਊ ਜ਼ਿਆਦਾ ਹੋਵੇ ਤੇ ਮਾਰਜਨਲ ਕਾਸਟ ਕੀ ਹੋਵੇ
ਘੱਟ ਹੋਵੇ ਤਾਂ ਪ੍ਰੋਡਿਊਸਰ ਹੈ ਜਿਹੜਾ ਉਹ ਇੱਕ ਬੈਨੀਫਿਟ ਦੇ ਵਿੱਚ ਆਏਗਾ, ਪ੍ਰੋਡਿਊਸਰ ਸਰਪਲਸ ਹੋਏਗਾ, ਪ੍ਰੋਡਿਊਸਰਸ ਨੂੰ ਜਿਹੜੇ ਸਬ ਨਾਰਮਲ ਪ੍ਰਾਈਸਿਸ ਨੇ ਉਹ ਕਿਨੇ ਗੇਨ ਹੋਣਗੇ। ਠੀਕ ਹੈ, ਜਦੋਂ ਕਾਸਟ ਦੇ ਨਾਲੋਂ ਜਿਹੜਾ ਐਵਰੇਜ ਰੈਵਨਿਊ ਤੇ ਪ੍ਰਾਈਸ ਹੈ ਜਿਹੜਾ ਪਰਫੈਕਟ ਕੰਪੀਟੀਸ਼ਨ ਮਾਰਕੀਟ ਦੇ ਵਿੱਚ ਕੀ ਹੈ ਘੱਟ ਹੋਏਗਾ ਤੇ ਉਹ ਜ਼ਿਆਦਾ ਹੋਏਗਾ, ਪ੍ਰਾਈਸ ਜਿਹੜਾ ਜ਼ਿਆਦਾ ਹੋਏਗਾ ਮਾਰਜਨਲ ਕਾਸਟ ਦੇ ਨਾਲੋਂ। ਤੇ ਪਰ ਜਿਹੜਾ ਕੰਜ਼ਿਊਮਰ ਹੈ, ਕੰਜ਼ਿਊਮਰ ਸਰਪਲਸ ਦੇ ਵਿੱਚ ਕਦੋਂ ਹੋਏਗਾ, ਜਦੋਂ ਕਹਿੰਦੇ ਉਹ ਜਿੰਨਾ ਵਿਲਿੰਗ ਹੁੰਦਾ ਪੇ ਕਰਨ ਦੇ ਲਈ ਕਿਸੇ ਵੀ ਗੁੱਡ ਦਾ ਪ੍ਰਾਈਸ, ਲੇਕਿਨ ਜ਼ਿਆਦਾ ਪੇ ਕਰਨ ਦੇ ਲਈ ਵਿਲਿੰਗ ਹੁੰਦਾ, ਜਿਵੇਂ ਕਿ 10 ਰੁਪੀਸ, ਲੇਕਿਨ ਉਹਨੂੰ ਪੇ ਘੱਟ ਕਰਨੇ ਪੈਂਦੇ ਨੇ 8 ਰੁਪੀਸ। ਤਾਂ ਜਿਹੜੇ 2 ਰੁਪੀਸ ਬਚ ਗਏ ਉਹ ਕੀ ਹੁੰਦਾ, ਉਹਦੀ ਸੈਟਿਸਫੈਕਸ਼ਨ ਹੁੰਦੀ ਆ, ਉਹ ਉਹਦੀ ਜਿਹੜੀ ਹੈ ਸਰਪਲਸ ਹੁੰਦਾ ਹੈ, ਕੰਜ਼ਿਊਮਰ ਸਰਪਲਸ ਹੁੰਦਾ ਹੈ ਜੋ ਉਹਨੇ ਬਚਾਏ ਨੇ। ਠੀਕ ਹੈ, ਤਾਂ ਇਸ ਤਰ੍ਹਾਂ ਹੀ ਪ੍ਰੋਡਿਊਸਰ ਸਰਪਲਸ ਹੁੰਦਾ ਤੇ ਕੰਜ਼ਿਊਮਰ ਸਰਪਲਸ ਹੁੰਦਾ। ਤਾਂ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਫਰਮ ਦੇ ਵਿੱਚ ਜਿਹੜਾ ਕੰਜ਼ਿਊਮਰ ਹੈ ਉਹਨੂੰ ਯੂਟਿਲਿਟੀ ਜ਼ਿਆਦਾ ਤੋਂ ਜ਼ਿਆਦਾ ਮਿਲਣੀ ਚਾਹੀਦੀ ਆ, ਅਗਰ ਯੂਟਿਲਿਟੀ ਮਿਲੇਗੀ ਤਦੇ ਉਹਦੀ ਡਿਮਾਂਡ ਇਨਕਰੀਜ਼ ਹੋ ਜਾਏਗੀ। ਐਂਡ ਜਿਹੜਾ ਪ੍ਰੋਡਿਊਸਰ ਸਰਪਲਸ ਆ, ਅਗਰ ਉਹਦਾ ਪ੍ਰੋਫਿਟ ਇਨਕਰੀਜ਼ ਹੋਏਗਾ, ਸਰਪਲਸ ਇਨਕਰੀਜ਼ ਹੋਏਗਾ, ਤਾਂ ਉਹ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰੇਗਾ, ਜਿਹਦੇ ਥਰੂ ਜਿਹੜਾ ਉਹਦਾ ਪ੍ਰੋਫਿਟ ਹੈ ਜ਼ਿਆਦਾ ਹੋਏਗਾ। ਪ੍ਰੋਡਕਸ਼ਨ ਤੇ ਸਪਲਾਈ ਜਿਹੜੀ ਦੋਹੇ ਤਰਫ ਤੋਂ ਫਿਰ ਕੀ ਹੋਏਗੀ, ਇਨਕਰੀਜ਼ ਹੋਏਗੀ। ਠੀਕ ਹੈ, ਤਾਂ ਜਿਹੜੀ ਹੈਗੀ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਫਰਸਟ ਕਹਿੰਦੇ ਕੀ ਆ, ਐਲੋਕੇਟਿਵ ਐਫੀਸ਼ੀਐਂਸੀ ਦੇ ਥਰੂ ਜਿਹੜੀ ਆਪਣੀ ਪੀ ਹੈ, ਪ੍ਰਾਈਸ ਹੈ, ਏ ਆਰ ਜਿਹਨੂੰ ਕਹਿ ਦਿੰਦੇ ਆਪਾਂ, ਏ ਆਰ ਐਮ ਆਰ ਕਹਿ ਦਿੰਦੇ ਆ, डिमांड कहते हैं वो एमसी ਦੇ ਕੀ ਹੋਣਾ ਚਾਹੀਦਾ, ਇਕੁਅਲ ਹੋਣਾ ਚਾਹੀਦਾ ਜਾਂ ਐਮਸੀ ਤੋਂ ਕੀ ਹੋਣਾ ਚਾਹੀਦਾ, ਜ਼ਿਆਦਾ ਹੋਣਾ ਚਾਹੀਦਾ ਹੈ। ਤਦੇ ਕਹਿੰਦੇ ਜਿਹੜੀ ਆਪਣੀ ਐਫੀਸ਼ੀਐਂਸੀ मतलब ਜਿਹੜੇ ਵੀ ਰਿਸੋਰਸਿਸ ਨੇ ਉਹ ਇਫੈਕਟਿਵਲੀ ਵਰਕ ਕਰਨਗੇ, ਰਿਸੋਰਸਿਸ ਦਾ ਯੂਜ਼ ਘੱਟ ਹੋਏਗਾ ਲੇਕਿਨ ਉਹਦੀ ਆਊਟਪੁੱਟ ਹੈ ਜਿਹੜੀ ਜ਼ਿਆਦਾ ਹੋਏਗੀ। ਠੀਕ ਹੈ, ਦੈਨ ਕਹਿ ਸਕਦੇ ਹਾਂ ਐਲੋਕੇਟਿਵ ਐਫੀਸ਼ੀਐਂਸੀ ਕਦੋਂ ਹੋਏਗੀ, ਜਦੋਂ ਉਹਦਾ ਪਰਫੈਕਟ ਕੰਪੀਟੀਸ਼ਨ ਮਾਰਕੀਟ ਫਰਮ ਪ੍ਰੋਡਿਊਸਿਸ ਵੇਅਰ ਪੀ ਏ ਆਰ, ਪੀ ਇਜ਼ ਪ੍ਰਾਈਸ, ਤੁਹਾਨੂੰ ਪਤਾ ਕਿ ਪ੍ਰਾਈਸ ਇਜ਼ ਇਕੁਅਲ ਟੂ ਏ ਆਰ ਹੁੰਦਾ ਹੈ, ਕਿਉਂਕਿ ਪ੍ਰਾਈਸ ਦੇ ਥਰੂ ਆਪਾਂ ਨੂੰ ਐਵਰੇਜ ਰੈਵਨਿਊ ਮਿਲਦਾ ਹੁੰਦਾ। ਪ੍ਰਾਈਸ ਕੀ ਹੁੰਦਾ, ਕਿਸੇ ਵੀ ਗੁੱਡ ਦਾ ਜੋ ਕਿਸੇ ਵੀ ਪ੍ਰੋਡਿਊਸਰਸ ਨੂੰ ਗੁੱਡਸ ਨੂੰ ਸੇਲ ਕਰਕੇ ਮਿਲਦਾ, ਉਹਦੀ ਇਨਕਮ ਹੁੰਦੀ ਹੈ ਪ੍ਰੋਡਿਊਸਰਸ ਦੀ। ਥਰਡ ਆਪਾਂ ਇਹਨੂੰ ਐਵਰੇਜ ਰੈਵਨਿਊ ਕਹਿ ਸਕਦੇ ਹਾਂ। ਤੇ ਮਾਰਜਨਲ ਕਾਸਟ ਕੀ ਹੋ ਗਿਆ, ਜੋ प्रोडक्शन ਤੇ ਉਹ ਕਰਦਾ ਹੈ, ਜੋ ਕਿਸੇ ਵੀ ਪ੍ਰੋਡਕਟ ਦੀ ਜ਼ਿਆਦਾ ਪ੍ਰੋਡਕਸ਼ਨ ਤੇ ਇੱਕ ਪ੍ਰੋਡਕਟ ਨੂੰ ਜ਼ਿਆਦਾ ਪ੍ਰੋਡਿਊਸ ਕਰਨ ਤੇ ਜੋ ਵੀ ਉਸ ਤੇ ਖਰਚਾ ਹੁੰਦਾ, ਦੈਟ ਇਜ਼ ਦਾ ਮਾਰਜਨਲ ਰੈਵਨਿਊ। ਤੇ ਉਸ ਪ੍ਰੋਡਕਟ ਨੂੰ ਸੇਲ ਕਰਨ ਤੋਂ ਬਾਅਦ ਜਦੋਂ ਉਹਦਾ ਪ੍ਰਾਈਸ ਮਿਲਦਾ, ਦੈਟ ਇਜ਼ ਦਾ ਐਵਰੇਜ ਰੈਵਨਿਊ ਤੇ ਆਪਣਾ ਪ੍ਰਾਈਸ। ਠੀਕ ਹੈ, ਤਾਂ ਮਾਰਕੀਟ ਇਕੁਇਲਿਬ੍ਰੀਅਮ ਇਜ਼ ਅਟੇਨਡ ਐਟ as no excess supply or no demand। ਇੱਥੇ ਸੈਕੰਡ ਕੰਡੀਸ਼ਨ ਇਹ ਵੀ ਹੈ, ਇੱਕ ਤਾਂ P means AR is equal to MC ਹੋਣਾ ਚਾਹੀਦਾ, ਦੂਸਰਾ ਜਿੱਥੇ ਸਪਲਾਈ ਕਰਵ is equal to demand ਹੋਵੇ, ਮੀਨਸ ਸਪਲਾਈ ਤੇ ਡਿਮਾਂਡ ਕਰਵ ਇੱਕ ਦੂਸਰੇ ਤੇ ਇਕੁਅਲ ਹੋਣ, ਉੱਥੇ ਮਾਰਕੀਟ ਦੇ ਵਿੱਚ ਆਪਣੀ ਐਫੀਸ਼ੀਐਂਸੀ ਹੁੰਦੀ ਹੈ। ਪਰਫੈਕਟਲੀ ਕੰਪੀਟੀਟਿਵ ਮਾਰਕੀਟ ਫਰਮ ਦੇ ਦੁਆਰਾ ਐਫੀਸ਼ੀਐਂਸੀ ਹੁੰਦੀ ਹੈ, ਉੱਥੇ ਕਹਿੰਦੇ ਡਿਮਾਂਡ ਐਂਡ ਸਪਲਾਈ ਇਕੁਅਲ ਹੁੰਦੀ ਹੈ ਤੇ ਕਾਸਟ ਤੇ ਰੈਵਨਿਊ ਵੀ ਕੀ ਹੁੰਦਾ, ਸੇਮ ਹੁੰਦਾ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। एक परफेक्ट कंपटीशन फर्म की डायग्राम है, एक मार्केट की डायग्राम है। ਹੁਣ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਕਿੱਥੇ ਹੋਏਗਾ, ਜਿੱਥੇ ਡਿਮਾਂਡ ਤੇ ਸਪਲਾਈ ਕੀ ਹੈ, ਇਕੁਅਲ ਹੈ। ਜਿਵੇਂ ਕਿ ਤੁਸੀਂ ਰਾਈਟ ਹੈਂਡ ਦੀ ਡਾਇਗਰਾਮ ਤੇ ਦੇਖ ਸਕਦੇ ਹੋ ਕਿ ਉਹ ਐਕਸ ਅਕਸ਼ ਤੇ ਆਪਣੀ ਕੁਆਂਟੀਟੀ ਲਿਖੀ ਹੋਈ ਹੈ, ਉਹ ਵਾਈ ਤੇ ਪ੍ਰਾਈਸ ਲਿਖਾ ਹੋਇਆ ਹੈ ਤੇ ਐਸ ਐਸ ਕੀ ਹੈ, ਸਪਲਾਈ ਕਰਵ ਹੈ। ਜਿਵੇਂ ਕਿ ਕੁਆਂਟੀਟੀ ਵਧ ਰਹੀ ਹੈ ਤਾਂ ਸਪਲਾਈ ਵਧ ਰਹੀ ਹੈ, ਪ੍ਰਾਈਸ ਬਦਲਣ ਦੇ ਨਾਲ ਸਪਲਾਈ ਵਧੇਗੀ। ਐਂਡ ਡਿਮਾਂਡ ਤੇ ਪ੍ਰਾਈਸ ਦਾ ਨੈਗੇਟਿਵ ਰਿਲੇਸ਼ਨ ਹੈ, ਡੀ ਡੀ ਕਰਵ ਕੀ ਹੈ, ਨੈਗੇਟਿਵ ਹੈ। ਤੇ ਸਪਲਾਈ ਤੇ ਡਿਮਾਂਡ ਕਰਵ ਇੱਕ ਦੂਸਰੇ ਨੂੰ ਜਿੱਥੇ ਕੱਟ ਕਰ ਰਹੇ ਨੇ ਉੱਥੇ ਇਹ ਵੀ ਪ੍ਰਾਈਸ ਫਿਕਸ ਹੋਇਆ ਹੈ। ਪਰਫੈਕਟਲੀ ਕੰਪੀਟੀਟਿਵ ਮਾਰਕੀਟਸ ਦੇ ਵਿੱਚ ਸਾਰੀਆਂ ਫਰਮਸ ਇਸ ਤਰ੍ਹਾਂ ਤੇ ਉਹ ਕਿਉਂ ਕਰ ਤੇ ਇੱਥੇ ਇੱਕ ਫਰਮ ਕੀ ਆ ਐਫੀਸ਼ੀਐਂਸੀ ਦੇ ਥਰੂ ਵਰਕ ਕਰ ਰਹੀ ਹੈ, ਪ੍ਰੋਡਕਸ਼ਨ ਕਰ ਰਹੀ ਹੈ ਰਿਸੋਰਸਿਸ ਦਾ ਤੇ ਉਹਨਾਂ ਨੂੰ ਸੇਲ ਕਰ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜੀ ਆਪਣੀ ਫਰਸਟ ਡਾਇਗਰਾਮ ਹੈ ਪਰਫੈਕਟ ਕੰਪੀਟੀਸ਼ਨ ਮਾਰਕੀਟ ਫਰਮ ਦੀ, ਉਹਦੇ ਵਿੱਚ ਕੀ ਇੱਕ ਸਾਈਡ ਆਪਾਂ ਨੇ ਪ੍ਰਾਈਸ ਐਂਡ ਕਾਸਟ ਲਿਖੀ ਹੋਈ ਆ, ਉਹ ਵਾਈ ਐਕਸਿਸ ਤੇ ਐਂਡ ਉਹ ਐਕਸ ਐਕਸਿਸ ਤੇ ਆਪਾਂ ਨੇ ਕੁਆਂਟੀਟੀ ਲਿਖੀ ਹੋਈ ਆ। ਤੇ ਪ੍ਰੋਡਕਟ ਜੋ ਪ੍ਰੋਡਕਟਿਵ ਐਫੀਸ਼ੀਐਂਸੀ ਨੂੰ ਡਿਸਕ੍ਰਾਈਬ ਕਰ ਰਹੀ ਹੈ, ਕਹਿੰਦੇ ਪ੍ਰੋਡਕਟਿਵ ਐਫੀਸ਼ੀਐਂਸੀ ਪਰਫੈਕਟ ਕੰਪੀਟੀਸ਼ਨ ਮਾਰਕੀਟ ਫਰਮ ਦੇ ਥਰੂ ਕਦੋਂ ਹੋਏਗੀ, ਜਦੋਂ ਪ੍ਰੋਡਿਊਸਰਸ ਵੇਅਰ ਏਸੀ ਇਜ਼ ਮਿਨੀਮਾਈਜ਼ਡ, ਜਦੋਂ ਕਹਿੰਦੇ ਐਵਰੇਜ ਵੈਲਿਊ ਗ੍ਰੇਟਰ ਦੈਨ ਏਸੀ ਹੋਵੇ, ਐਵਰੇਜ ਕਾਸਟ ਤੋਂ ਐਵਰੇਜ ਵੈਲਿਊ ਜ਼ਿਆਦਾ ਹੋਵੇ, ਤਦ ਕੀ ਹੁੰਦਾ ਹੈ ਆਪਣਾ ਜਿਹੜਾ ਐਫੀਸ਼ੀਐਂਟ ਐਲੋਕੇਟਿਵ ਐਫੀਸ਼ੀਐਂਸੀ ਹੁੰਦੀ ਹੈ, ਪ੍ਰੋਡਕਸ਼ਨ ਐਫੀਸ਼ੀਐਂਸੀ ਹੁੰਦੀ ਹੈ। ਜਿਵੇਂ ਕਿ ਤੁਸੀਂ ਲੈਫਟ ਹੈਂਡ ਦੀ ਡਾਇਗਰਾਮ ਤੇ ਦੇਖ ਸਕਦੇ ਹੋ, ਜਿਹੜੀ ਆਪਣੀ ਪ੍ਰਾਈਸ ਹੈ ਉਹ ਓਪੀ ਹੈ, ਪ੍ਰਾਈਸ ਕਰਵ ਨੂੰ ਹੀ ਆਪਾਂ ਨੇ ਜੋ ਐਕਸ ਐਕਸਿਸ ਦੇ ਪੈਰਲਲ ਹੈ ਏ ਆਰ ਐਮ ਆਰ ਕਰਵ ਐਂਡ ਡਿਮਾਂਡ ਕਰਵ ਹੈ। ਤੇ ਜਿਹੜੀ ਐਮ ਸੀ ਕਰਵ ਹੈ ਦਿਸ ਇਜ਼ ਅ ਮਾਰਜਨਲ ਕਾਸਟ ਕਰਵ, ਜਿਹੜੀ ਏ ਸੀ ਕਰਵ ਹੈ ਉਹ ਏ ਆਰ ਐਮ ਆਰ ਤੇ ਪੀ ਕਰਵ ਨੂੰ ਟੱਚ ਕਰ ਰਹੀ ਹੈ ਤੇ ਐਮ ਸੀ ਕਰਵ ਏ ਸੀ ਕਰਵ ਨੂੰ ਮਿਡ ਤੋਂ ਕੱਟ ਕਰਦੀ ਉੱਪਰ ਜਾ ਰਹੀ ਹੈ। ਤੇ ਜਿਹੜਾ ਇਹ ਪੁਆਇੰਟ ਹੈ ਈ ਪੁਆਇੰਟ ਜਿੱਥੇ ਏ ਸੀ ਐਮ ਸੀ ਐਂਡ ਏ ਆਰ ਕਰਵ ਇੱਕ ਦੂਸਰੇ ਨੂੰ ਕੱਟ ਕਰ ਰਹੇ, ਦਿਸ ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਪ੍ਰੋਪਰ ਐਲੋਕੇਸ਼ਨ ਆਫ ਰਿਸੋਰਸਿਸ ਹੋ ਰਹੇ, ਜਿੱਥੇ ਕਾਸਟ ਤੇ ਰੈਵਨਿਊ ਕੀ ਹੈ ਇਕੁਅਲ ਹੈ।
ठीक है, कॉस्ट ਤੇ ਰੈਵਨਿਊ ਇਕੁਅਲ ਹੈ ਜਾਂ ਫਿਰ ਆਪਣੀ ਇੱਥੇ ਕॉस्ट ਮਿਨੀਮਮ ਵੀ ਹੋ ਸਕਦੀ ਹੈ ਲੇਕਿਨ ਕੁਆਂਟੀਟੀ ਇੱਥੇ ਆਪਣੀ ਮੈਕਸਿਮਮ ਹੈ, ਜਿਹੜੀ ਪ੍ਰੋਡਕਸ਼ਨ ਉੱਥੇ ਮੈਕਸਿਮਮ ਹੋ ਰਹੀ ਹੈ। ਤਾਂ ਇੱਥੇ ਕਹਿ ਸਕਦੇ ਹਾਂ ਕਿ ਪ੍ਰੋਡਕਟਿਵ ਐਫੀਸ਼ੀਐਂਸੀ ਐਂਡ ਐਲੋਕੇਟਿਵ ਐਫੀਸ਼ੀਐਂਸੀ ਦੋਨੋਂ ਹੀ ਮਾਰਕੀਟ ਤੇ ਫਰਮ ਦੇ ਵਿੱਚ, ਕਿਉਂਕਿ ਇੱਥੇ ਨਾਰਮਲ ਪ੍ਰੋਫਿਟ ਗੇਨ ਹੋ ਰਹੇ ਨੇ। ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਇੱਕ ਫਰਮ ਨਾਰਮਲ ਪ੍ਰੋਫਿਟ ਗੇਨ ਕਰ ਰਹੀ ਹੈ, ਨਾ ਤਾਂ ਲਾਸ ਗੇਨ ਕਰ ਰਹੀ ਹੈ, ਨਾ ਹੀ ਨਾ ਪ੍ਰੋਫਿਟ ਗੇਨ ਕਰ ਰਹੀ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਲੌਂਗ ਰਨ ਦੇ ਵਿੱਚ ਕੀ ਆ, ਇੱਥੇ ਫ੍ਰੀ ਐਂਟਰੀ ਐਂਡ ਐਡਜਸਟ ਹੁੰਦੀ ਆ। ਲੌਂਗ ਰਨ ਦੇ ਵਿੱਚ ਜਿਹੜੀਆਂ ਨਿਊ ਫਰਮਸ ਨੇ ਉਹ ਐਂਟਰ ਕਰ ਜਾਂਦੀਆਂ ਨੇ, ਜਿਹਦੇ ਨਾਲ ਸਪਲਾਈ ਵੱਧ ਜਾਏਗੀ ਤੇ ਫਿਰ ਨਾਰਮਲ ਪ੍ਰੋਫਿਟ ਆ ਜਾਵਾਂਗੇ, ਤੇ ਅਗਰ ਲਾਸ ਹੋ ਰਿਹਾ ਤਾਂ ਫਿਰ ਜਿਹੜੀਆਂ ਪੁਰਾਣੀਆਂ ਫਰਮਸ ਨੇ ਉਹ ਆਰਾਮ ਦੇ ਨਾਲ ਮਾਰਕੀਟ ਨੂੰ ਛੱਡ ਕੇ ਜਾ ਸਕਦੀਆਂ ਨੇ, ਜਿਸ ਤਰ੍ਹਾਂ ਆਪਾਂ ਇਕੁਇਲਿਬਰੀਅਮ ਪੁਆਇੰਟ ਤੇ ਪਹੁੰਚ ਜਾਵਾਂਗੇ। ਤਾਂ ਇੱਥੇ ਕੀ ਹੈ, ਪ੍ਰਾਈਸ ਤੇ ਕਾਸਟ ਇਕੁਅਲ ਹੈ, ਠੀਕ ਹੈ। ਤਾਂ ਪ੍ਰੋਡਕਟਿਵ ਐਫੀਸ਼ੀਐਂਸੀ ਐਂਡ ਐਲੋਕੇਟਿਵ ਐਫੀਸ਼ੀਐਂਸੀ ਹੈ। ਤਾਂ ਫਿਰ ਕਹਿੰਦੇ ਐਫੀਸ਼ੀਐਂਸੀ ਇਨ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਐਫੀਸ਼ੀਐਂਸੀ ਕਦੋਂ ਹੋਏਗੀ, ਕਹਿੰਦੇ 2 ਪੁਆਇੰਟਸ ਹੋਣਗੇ, ਜਦੋਂ P ਇਜ਼ ਇਕੁਅਲ ਟੂ AC ਮਿਨੀਮਮ ਹੋਏਗੀ ਐਂਡ MC ਇਜ਼ ਇਕੁਅਲ ਟੂ MR ਤੇ AR ਹੋਏਗੀ। ਜਦੋਂ ਇਹ ਚਾਰੇ ਐਵਰੇਜ ਰੈਵਨਿਊ, ਮਾਰਜਨਲ ਕਾਸਟ, ਐਵਰੇਜ ਕਾਸਟ अपने जो है प्राइस से इक्वल होएगी, उदों की होएगा प्रोडक्टिव एफिशिएंसी होएगी, प्रोडक्शन ਦੇ ਵਿੱਚ एफिशिएंसी होएगी। कॉस्ट ਤੇ रेवेन्यू ਜਿੱਥੇ कॉस्ट मिनिमम होएगी ਤੇ रेवेन्यू ਜ਼ਿਆਦਾ ਹੋਏਗਾ, प्रोडक्शन ਜ਼ਿਆਦਾ ਹੋਏਗੀ। ਤੇ एलोकेटिव एफिशिएंसी कितनी होएगी, जिथे P AR इज इक्वल टू MC होएगा, जो कि है अपना फर्स्ट वाली डायग्राम ਦੇ ਵਿੱਚ, ਜਿੱਥੇ एवरेज रेवेन्यू इज इक्वल टू मार्जिनल कॉस्ट है ਤੇ P ਦੇ इक्वल है। तो ये तो सीखिए अपनी एफिशिएंसी इन अ परफेक्टली कॉम्पिटिटिव मार्केट फॉर्म। नेक्स्ट, एफिशिएंसी इन अ परफेक्टली कॉम्पिटिटिव मार्केट इकोनॉमी। ਤੁਹਾਨੂੰ ਪਤਾ ਹੈ ਕਿ ਇਕਨੋਮੀ ਦੇ ਵਿੱਚ ਕੀ ਹੈ, ਇਕਨੋਮੀ ਦੇ ਵਿੱਚ ਕਹਿੰਦੇ ਇਕਨੋਮੀ ਇਕੁਇਲਿਬਰੀਅਮ ਦੇ ਵਿੱਚ ਕਦੋਂ ਹੋਏਗੀ, ਇਕਨੋਮੀ ਐਫੀਸ਼ੀਐਂਸੀ ਦੇ ਵਿੱਚ ਕਦੋਂ ਹੋਏਗੀ। ਕਹਿੰਦੇ ਇੱਥੇ ਇਕਨੋਮੀ ਦੀ ਗੱਲ ਕੀਤੀ ਗਈ ਹੈ, ਕੰਪੀਟੀਟਿਵ ਇਕਨੋਮੀ ਵਿੱਚ ਆਲ ਇੰਡੀਵਿਜੂਅਲਸ ਦੀ ਗੱਲ ਕੀਤੀ ਗਈ ਹੈ। ਆਲ ਇੰਡੀਵਿਜੂਅਲਸ ਦੇ ਵਿੱਚ ਕੀ ਆ, ਆਪਣੀ ਜਿਹੜੀ ਹੈ ਪ੍ਰੋਡਿਊਸਰਸ ਵੀ ਆਉਂਦੇ ਨੇ ਤੇ ਕੰਜ਼ਿਊਮਰਸ ਵੀ ਆਉਂਦੇ ਨੇ। ਆਲ ਇਕਨੋਮੀ ਦੇ ਵਿੱਚ ਕੀ ਹੈ, ਕਹਿੰਦੇ 2 ਸਿਚੁਏਸ਼ਨਸ ਨੇ। ਫਰਸਟ, as per law of diminishing returns, each extra minute of workers on fixed land brings less and less extra food, and each extra unit of food consumed brings diminishing marginal utility। ਇੱਥੇ ਇੱਕ ਮਾਰਜਨਲ ਯੂਟਿਲਿਟੀ ਦੀ ਗੱਲ ਕੀਤੀ ਗਈ ਹੈ ਤੇ ਆਪਣੀ ਮਾਰਜਨਲ ਯੂਟਿਲਿਟੀ ਮੀਨਸ ਡਿਮਾਂਡ ਦੀ ਗੱਲ ਕੀਤੀ ਗਈ ਹੈ, ਐਂਡ ਇੱਕ ਸਪਲਾਈ ਦੀ ਗੱਲ ਕੀਤੀ ਗਈ ਹੈ ਜੋ ਕਿਹਦੇ ਥਰੂ ਹੋਏਗੀ, ਪ੍ਰੋਡਿਊਸਰਸ ਦੇ ਥਰੂ ਹੋਏਗੀ, ਜਿੱਥੇ MC ਮੀਨਸ ਮਾਰਜਨਲ ਕਾਸਟ ਦੀ ਗੱਲ ਕੀਤੀ ਗਈ ਹੈ। ਕਹਿੰਦੇ ਐਫੀਸ਼ੀਐਂਸੀ ਇਨ ਕੰਪੀਟੀਟਿਵ ਮਾਰਕੀਟ ਦੇ ਵਿੱਚ ਕਦੋਂ ਹੋਏਗੀ, ਪਰਫੈਕਟਲੀ ਕੰਪੀਟੀਟਿਵ ਮਾਰਕੀਟ ਇਕਨੋਮੀ ਦੇ ਵਿੱਚ ਕਦੋਂ ਹੋਏਗੀ। ਤੁਹਾਨੂੰ ਪਤਾ ਹੈ ਕਿ ਇਕਨੋਮੀ ਦੇ ਵਿੱਚ ਜਿੰਨੀਆਂ ਵੀ ਫਰਮਸ ਨੇ, ਜਿੰਨੇ ਵੀ ਪ੍ਰੋਡਿਊਸਰਸ ਨੇ, ਜਿੰਨੇ ਵੀ ਇੰਡੀਵਿਜੂਅਲਸ ਨੇ, ਕਹਿੰਦੇ ਉਹ ਕਦੋਂ ਐਫੀਸ਼ੀਐਂਸੀ ਦੇ ਵਿੱਚ ਹੋਣਗੇ, ਜਦੋਂ ਕਹਿੰਦੇ ਉਹਨਾਂ ਦੀ ਜਿਹੜੀ SS ਕਰਵ ਹੈ ਤੇ DD ਕਰਵ ਹੈ ਇੱਕ ਦੂਸਰੇ ਨੂੰ ਕੱਟ ਕਰੇਗੀ। ਜਿੱਥੇ ਉਹ ਇੱਕ ਦੂਸਰੇ ਨੂੰ ਕੱਟ ਕਰਨਗੇ, ਜਿੱਥੇ ਇੱਕ ਦੂਸਰੇ ਦੇ ਇਕੁਅਲ ਹੋਣਗੇ, ਉੱਥੇ ਜਿਹੜੀ ਆਪਣੀ ਇਕਨੋਮੀ ਉੱਥੇ ਐਫੀਸ਼ੀਐਂਸੀ ਦੇ ਵਿੱਚ ਹੋਏਗੀ, ਠੀਕ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਤਾਂ ਫਿਰ ਇੱਕ ਕੰਜ਼ਿਊਮਰ ਐਫੀਸ਼ੀਐਂਸੀ ਦੇ ਵਿੱਚ ਕਦੋਂ ਹੋਏਗਾ, ਜਦੋਂ ਕਹਿੰਦੇ ਉਹਨੂੰ ਮਾਰਜਨਲ ਯੂਟਿਲਿਟੀ ਉਹਦੀ ਜ਼ਿਆਦਾ ਤੋਂ ਜ਼ਿਆਦਾ ਹੋਵੇ। ਮਾਰਜਨਲ ਯੂਟਿਲਿਟੀ ਜ਼ਿਆਦਾ ਤੋਂ ਜ਼ਿਆਦਾ ਹੋਵੇ, ਜਿਵੇਂ ਕਿ ਜਿਵੇਂ ਉਹ ਚੀਜ਼ਾਂ ਦਾ ਯੂਜ਼ ਕਰਦਾ ਤਾਂ ਉਹਦੀ ਮਾਰਜਨਲ ਯੂਟਿਲਿਟੀ ਜ਼ਿਆਦਾ ਹੁੰਦੀ ਹੈ। ਜਿਵੇਂ ਕਿ ਉਹ ਜ਼ਿਆਦਾ ਚੀਜ਼ਾਂ ਲੈਣਾ ਸਟਾਰਟ ਕਰ ਦਿੰਦਾ, ਚੀਜ਼ਾਂ ਦੀ ਡਿਮਾਂਡ ਵਧਾਉਂਦਾ ਹੈ, ਤਾਂ ਜਿਹੜੀ ਮਾਰਜਨਲ ਯੂਟਿਲਿਟੀ ਉਹ ਕਿੰਨੀ ਸਟਾਰਟ ਹੋ ਜਾਂਦੀ ਆ, ਘਟਣੀ ਸਟਾਰਟ ਹੋ ਜਾਂਦੀ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮਾਰਜਨਲ ਯੂਟਿਲਿਟੀ ਨੂੰ ਆਪਾਂ ਡਿਮਾਂਡ ਕਰਵ ਵੀ ਬੋਲਦੇ ਹਾਂ, ਠੀਕ ਹੈ। ਤੇ ਇੱਥੇ ਮਾਰਜਨਲ ਯੂਟਿਲਿਟੀ ਜਿਹੜੀ ਡਿਮਾਂਡ ਕਰਵ ਹੈ ਉਹ ਕਿਸ ਡਾਇਗਰਾਮ ਵਿੱਚ ਲੈਫਟ ਟੂ ਰਾਈਟ ਡਾਊਨਵਰਡ ਹੈ। ਤੇ ਜਿਹੜੀ ਸਪਲਾਈ ਕਰਵ ਹੈ, ਸਪਲਾਈ ਕਰਵ ਇਜ਼ ਆ ਜੋ ਪ੍ਰੋਡਕਸ਼ਨ ਦੇ ਥਰੂ ਹੁੰਦੀ ਆ, ਠੀਕ ਹੈ। ਤਾਂ ਸਪਲਾਈ ਤੇ ਕੀ ਹੁੰਦੀ ਹੈ, ਆਪਣੀ ਮਾਰਜਨਲ ਕਾਸਟ ਹੁੰਦੀ ਹੈ। ਸਪਲਾਈ ਜਿਹੜੀ ਹੈ ਆਪਣੀ ਮਾਰਜਨਲ ਕਾਸਟ ਤੇ ਡਿਪੈਂਡ ਕਰਦੀ ਹੈ। ਅਗਰ ਕਾਸਟ ਘੱਟ ਹੋਏਗੀ ਤਾਂ ਸਪਲਾਈ ਜ਼ਿਆਦਾ ਹੋਏਗੀ, ਤੇ ਜੇ ਪ੍ਰਾਈਸ ਜ਼ਿਆਦਾ ਹੋਏਗੀ ਤਾਂ ਸਪਲਾਈ ਜ਼ਿਆਦਾ ਹੋਏਗੀ, ਜੇ ਪ੍ਰਾਈਸ ਘੱਟ ਹੋਏਗੀ ਤਾਂ ਸਪਲਾਈ ਘੱਟ ਹੋਏਗੀ। ਤਾਂ ਪ੍ਰਾਈਸ ਤੇ ਕਾਸਟ ਇੱਥੇ ਰਿਲੇਸ਼ਨ ਹੈ ਜੋ ਕੀ ਹੈ ਆਪਣਾ फैक्टर ऑफ प्रोडक्शन का yes वो पॉजिटिव है। SS कर्व है जो पॉजिटिव कर्व है, लेफ्ट राइट अपवर्ड जाएगा। ਤਾਂ ਇੱਥੇ ਕੀ ਕਰ ਰਹੇ ਨੇ, ਇਹ ਪੁਆਇੰਟ ਇੱਕ ਦੂਸਰੇ ਨੂੰ ਕੱਟ ਰਹੇ ਨੇ। ਤਾਂ ਇਹ ਪੁਆਇੰਟ ਹੈ ਜਿਹੜਾ ਆਪਣਾ ਇੱਥੇ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਇਕਨੋਮੀ ਦੇ ਵਿੱਚ ਉਹ ਕੀ ਹੋਏਗਾ, ਐਫੀਸ਼ੀਐਂਸੀ ਦੱਸ ਰਿਹਾ ਆਪਣੀ ਕੰਪੀਟੀਟਿਵ ਮਾਰਕੀਟ ਦੇ ਵਿੱਚ, ਜਿੱਥੇ ਕਹਿੰਦੇ ਡਿਮਾਂਡ ਐਂਡ ਸਪਲਾਈ ਆ ਫਰਮਸ ਦੀ ਮਾਰਕੀਟ ਦੇ ਵਿੱਚ ਸਾਰੇ ਇੰਡੀਵਿਜੂਅਲਸ ਦੀ ਉਹ ਕੀ ਆ, ਇਕੁਅਲ ਹੈ। ਇਹ ਪੁਆਇੰਟ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮਾਰਜਨਲ ਯੂਟਿਲਿਟੀ ਕਰਵ ਹੈ ਉਹ ਸਾਨੂੰ ਕੀ ਦੱਸ ਰਿਹਾ ਕਿ ਜਿਵੇਂ ਜਿਵੇਂ ਆਪਣੀ ਕੁਆਂਟੀਟੀ ਜ਼ਿਆਦਾ ਲੈ ਰਹੇ ਹਾਂ, ਡਿਮਾਂਡ ਜ਼ਿਆਦਾ ਕਰ ਰਹੇ ਹਾਂ, ਤਦ ਆਪਣੀ ਜਿਹੜੀ ਮਾਰਜਨਲ ਯੂਟਿਲਿਟੀ ਉਹ ਕੀ ਆ, ਘਟਦੀ ਜਾ ਰਹੀ ਹੈ। ਤੇ ਸਪਲਾਈ ਕਰਵ ਦੇ ਵਿੱਚ ਕੀ ਆ, ਪੋਜ਼ਿਟਿਵ ਹੈ ਕਿ ਜਿਵੇਂ ਕਿ ਪ੍ਰਾਈਸ ਵਧੇਗੀ, ਯੂਟਿਲਿਟੀ ਵਧੇਗੀ ਤਾਂ ਸਪਲਾਈ ਵੀ ਕੀ ਹੈ, ਇਨਕਰੀਜ਼ ਹੋਏਗੀ। ਤਾਂ ਇਹ ਪੁਆਇੰਟ ਤੇ ਐਫੀਸ਼ੀਐਂਸੀ ਵਾਲਾ ਪੁਆਇੰਟ ਹੈ, ਐਂਡ FF ਲਾਈਨ ਹੈ ਜੋ ਇਨਐਫੀਸ਼ੀਐਂਟ ਲਾਈਨ ਹੈ। ਇਹ ਪੁਆਇੰਟ ਇਜ਼ ਅ ਇਕੁਇਲਿਬਰੀਅਮ ਪੁਆਇੰਟ, ਜਿੱਥੇ ਐਫੀਸ਼ੀਐਂਟ ਵੇ ਦੇ ਨਾਲ ਵਰਕ ਹੋ ਰਿਹਾ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ।
ਤਾਂ ਜਿੱਥੇ ਮਾਰਜਨਲ ਯੂਟਿਲਿਟੀ ਕਹਿੰਦੇ ਜ਼ਿਆਦਾ ਹੋਵੇ, ਠੀਕ ਹੈ, ਮਾਰਜਨਲ ਯੂਟਿਲਿਟੀ ਜ਼ਿਆਦਾ ਹੋਏਗੀ, ਡਿਮਾਂਡ ਜ਼ਿਆਦਾ ਹੋਏਗੀ, ਐਂਡ ਜਿਹੜੀ ਆਪਣੀ ਪ੍ਰਾइस है ਤਾਂ ਸਪਲਾਈ ਜ਼ਿਆਦਾ ਹੋਏਗੀ ਜੇ ਪ੍ਰਾइस ਜ਼ਿਆਦਾ ਹੋਏਗੀ, ਲੇਕਿन ਮਾਰਜਨਲ ਕਾਸਟ ਘੱਟ ਤੋਂ ਘੱਟ ਹੋਵੇਗੀ, ਠੀਕ ਹੈ। ਤਾਂ ਜਿੱਥੇ ਐਸਐਸ ਕਰਵ ਤੇ ਡੀਡੀ ਕਰਵ ਇੱਕ ਦੂਸਰੇ ਨੂੰ ਕੱਟ ਕਰਨਗੀਆਂ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ, ਇਕੋਨਮੀ ਦੇ ਵਿੱਚ, ਉੱਥੇ ਜਿਹੜੀ ਆਪਣੀਆਂ ਸਾਰੀਆਂ ਫਰਮਸ ਨੇ, ਸਾਰੇ ਪ੍ਰੋਡਿਊਸਰਸ ਨੇ, ਉਹ ਐਫੀਸ਼ੀਐਂਟ ਵੇ ਦੇ ਨਾਲ ਵਰਕ ਕਰਨਗੇ, ਉੱਥੇ ਐਫੀਸ਼ੀਐਂਸੀ ਹੋਏਗੀ। ਤਾਂ ਜਿੱਥੇ ਐਮ ਯੂ ਇਜ਼ ਇਕੁਅਲ ਟੂ ਡੀ ਡੀ ਹੋਏਗਾ ਐਂਡ ਐਸ ਐਸ ਇਜ਼ ਇਕੁਅਲ ਟੂ ਮਾਰਜਨਲ ਕਾਸਟ ਹੋਏਗੀ, ਤਦ ਇੱਥੇ ਮਾਰਜਨਲ ਕਾਸਟ ਇਜ਼ ਇਕੁਅਲ ਟੂ ਐਮ ਯੂ ਹੋਣੀ ਚਾਹੀਦੀ ਆ ਐਂਡ ਐਸ ਐਸ ਇਜ਼ ਇਕੁਅਲ ਟੂ ਡੀ ਡੀ ਹੋਣੀ ਚਾਹੀਦੀ ਆ। ਉੱਥੇ ਕਹਿੰਦੇ ਐਫੀਸ਼ੀਐਂਸੀ ਹੋਏਗੀ ਕੰਪੀਟੀਟਿਵ ਮਾਰਕੀਟ ਦੇ ਵਿੱਚ। ਨੈਕਸਟ ਹੈ ਆਪਣਾ ਇਕਨੋਮਿਕ ਸਰਪਲਸ ਐਂਡ ਐਫੀਸ਼ੀਐਂਸੀ। ਇਕਨੋਮਿਕ ਸਰਪਲਸ ਕੀ ਹੁੰਦਾ ਹੈ? ਇਕਨੋਮਿਕ ਸਰਪਲਸ ਹੁੰਦਾ ਹੈ ਆਪਣੀ ਇਕੋਨਮੀ ਦੇ ਵਿੱਚ ਸਰਪਲਸ ਸੁਪਰ ਨਾਰਮਲ ਪ੍ਰੋਫਿਟ, ਠੀਕ ਹੈ, ਜਾਂ ਫਿਰ ਨਾਰਮਲ ਪ੍ਰੋਫਿਟ। ਤਦ ਫਿਰ ਕਹਿੰਦੇ ਕੀ ਆ, ਸਪਲਾਈ ਕਹਿੰਦੇ ਜਿਹੜਾ ਇਕਨੋਮਿਕ ਸਰਪਲਸ ਹੈ ਸਪਲਾਈ ਐਂਡ ਡਿਮਾਂਡ ਆਫ ਗੁਡਸ ਤੇ ਡਿਪੈਂਡ ਕਰਦਾ ਹੈ। ਤਾਂ ਇਹ ਕਦੋਂ ਹੋਏਗਾ? ਕਹਿੰਦੇ ਜਦੋਂ ਡਿਮਾਂਡ ਜਿਵੇਂ ਜਿਵੇਂ ਇਨਕਰੀਜ਼ ਹੋਏਗੀ ਤੇ ਸਪਲਾਈ ਵੀ ਇਨਕਰੀਜ਼ ਹੋਏਗੀ, ਤਾਂ ਪ੍ਰੋਫਿਟ ਆਪਣਾ ਹੈ ਜੋ ਕੀ ਹੋਏਗਾ, ਇਨਕਰੀਜ਼ ਹੋਏਗਾ। ਤਦ ਫਿਰ ਕਹਿੰਦੇ ਇਹਦੇ ਲਈ 3 ਸਿਚੁਏਸ਼ਨਸ ਨੇ। ਇੱਕ ਤਾਂ ਆਪਣਾ ਇਕਨੋਮਿਕ ਸਰਪਲਸ ਬਣਦਾ ਕਿਵੇਂ ਹੈ? ਇਕਨੋਮਿਕ ਸਰਪਲਸ ਆਪਣਾ ਪ੍ਰੋਡਿਊਸਰ ਸਰਪਲਸ ਐਂਡ ਕੰਜ਼ਿਊਮਰ ਸਰਪਲਸ ਦੋਨਾਂ ਨੂੰ ਮਿਲਾ ਕੇ ਬਣਦਾ ਹੈ। ਤਾਂ ਪ੍ਰੋਡਿਊਸਰ ਸਰਪਲਸ ਕਿਸ ਚੀਜ਼ ਤੇ ਡਿਪੈਂਡ ਕਰਦਾ? ਪ੍ਰੋਡਿਊਸਰ ਸਰਪਲਸ ਕਦੋਂ ਹੋਏਗਾ? ਜਦੋਂ ਕਹਿੰਦੇ ਪ੍ਰਾइस ਲਾਈਨ ਤੇ ਐਸਐਸ ਕਰਵਸ ਦੇ ਵਿੱਚ ਪੋਜ਼ਿਟਿਵ ਰਿਲੇਸ਼ਨ ਹੋਏਗਾ, ਜਿਵੇਂ ਜਿਵੇਂ ਪ੍ਰਾइस ਇਨਕਰੀਜ਼ ਹੋਏਗਾ ਉਵੇਂ ਉਵੇਂ ਸਪਲਾਈ ਇਨਕਰੀਜ਼ ਹੋਏਗੀ। ਐਂਡ ਆਪਣਾ ਜਿਹੜਾ ਕੰਜ਼ਿਊਮਰ ਸਰਪਲਸ ਹੈ ਉਹ ਕਦੋਂ ਹੋਏਗਾ? ਕਹਿੰਦੇ ਜਦੋਂ ਜਿਹੜਾ ਆਪਣਾ ਕੰਜ਼ਿਊਮਰਸ ਨੂੰ ਜਿਹੜੀ ਯੂਟਿਲਿਟੀ ਆ, ਜਿੰਨੀਆਂ ਚੀਜ਼ਾਂ ਨੂੰ ਯੂਜ਼ ਕਰ ਰਿਹਾ ਉਹਦੀ ਯੂਟਿਲਿਟੀ ਜ਼ਿਆਦਾ ਤੋਂ ਜ਼ਿਆਦਾ ਮਿਲੇ ਉਸਨੂੰ। ਕੰਜ਼ਿਊਮਰ ਸਰਪਲਸ ਮੀਨਸ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਜਿਵੇਂ ਕਿ ਕਿਸੇ ਵੀ ਕੰਜ਼ਿਊਮਰਸ ਨੇ ਕਿਸੇ ਚੀਜ਼ ਨੂੰ ਬਾਏ ਕਰਨਾ ਹੈ, ਉਹਨੇ ਬਾਏ ਕਰਨਾ ਹੈ ਜਦੋਂ, ਤਾਂ ਉਦੋਂ 20 ਰੁਪੀਜ਼ ਦੇਣ ਦੇ ਲਈ ਤਿਆਰ ਹੈ ਉਸ ਚੀਜ਼ ਦੇ, ਲੇਕਿਨ ਉਹਨੂੰ ਪੇ ਕਿੰਨੇ ਪੈਂਦੇ ਨੇ? 15 ਰੁਪੀਜ਼ ਪੇ ਕਰਨੇ ਪੈਂਦੇ ਨੇ। ਤਾਂ 5 ਰੁਪੀਜ਼ ਜਿਹੜੇ ਉਹਦੇ ਕੋਲ ਬਚ ਜਾਂਦੇ ਨੇ, ਡੈਟ ਇਜ਼ ਅ ਕੰਜ਼ਿਊਮਰ ਸਰਪਲਸ। ਉਹਦਾ ਕੀ ਹੋਏਗਾ? ਉਹ ਸਰਪਲਸ ਹੋਏਗਾ। ਐਵੇਂ ਪ੍ਰੋਡਿਊਸਰ ਸਰਪਲਸ ਕਦੋਂ ਹੋਏਗਾ? ਜਦੋਂ ਕਹਿੰਦੇ ਉਹ ਆਪਣੀ ਪ੍ਰੋਡਕਸ਼ਨ ਜ਼ਿਆਦਾ ਤੋਂ ਜ਼ਿਆਦਾ ਕਰੇ, ਮੀਨਸ ਉਹਦਾ ਪ੍ਰਾइस ਜ਼ਿਆਦਾ ਤੋਂ ਹੋਵੇ, ਪ੍ਰਾइस ਜ਼ਿਆਦਾ ਹੋਵੇ ਲੇਕਿਨ ਉਹਦੀ ਕਾਸਟ ਘੱਟ ਤੋਂ ਘੱਟ ਹੋਵੇ, ਮਾਰਜਨਲ ਕਾਸਟ ਜਿਹੜੀ ਉਹ ਘੱਟ ਤੋਂ ਘੱਟ ਹੋਵੇ, ਤਦ ਕਿ ਇੱਕ ਪ੍ਰੋਡਿਊਸਰ ਕੀ ਹੋਏਗਾ? ਸਰਪਲਸ ਦੇ ਵਿੱਚ ਹੋਏਗਾ। ਮੀਨਸ ਜਦੋਂ ਇਨਪੁਟਸ ਨੇ ਜਿਹੜੇ ਉਹ ਘੱਟ ਯੂਜ਼ ਹੋਣ ਲੇਕਿਨ ਆਊਟਪੁੱਟ ਆਪਣੀ ਉਹ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਹੋਵੇ। ਤਾਂ ਜਿਹੜਾ ਕੰਜ਼ਿਊਮਰ ਸਰਪਲਸ ਤੇ ਪ੍ਰੋਡਿਊਸਰ ਸਰਪਲਸ, ਕਿਉਂਕਿ ਪੂਰੀ ਇਕੋਨਮੀ ਦੇ ਵਿੱਚ 2 ਸੈਕਟਰ ਇਕੋਨਮੀ ਵਿੱਚ ਕੰਜ਼ਿਊਮਰਸ ਤੇ ਪ੍ਰੋਡਿਊਸਰਸ ਆਉਂਦੇ ਨੇ, ਦੋਨਾਂ ਦੇ ਸਰਪਲਸ ਨੂੰ ਮਿਲਾ ਕੇ ਆਪਣੀ ਜਿਹੜੀ ਇਕੋਨਮੀ ਉਹ ਪੂਰੀ ਕੀ ਹੋਏਗੀ? ਸਰਪਲਸ ਦੇ ਵਿੱਚ ਹੋਏਗੀ। ਐਫੀਸ਼ੀਐਂਸੀ ਕੀ ਆ? ਗੇਨ ਕਰੇਗੀ। ਤਦ ਕਹਿੰਦੇ ਕੰਜ਼ਿਊਮਰ ਚੂਜ਼ ਕੀ ਕਰਦਾ? ਕੰਜ਼ਿਊਮਰ ਚੂਜ਼ ਕੀ ਕਰੇਗਾ? ਫੂਡ ਚੂਜ਼ ਕਰਦਾ ਹੈ ਆਪਣੀ ਯੂਟਿਲਿਟੀ ਨੂੰ ਮੇਨਟੇਨ ਰੱਖਣ ਦੇ ਲਈ। ਕਹਿੰਦੇ ਕਦੋਂ ਵੀ ਕਹਿੰਦੇ ਜਿਹੜਾ ਕੰਜ਼ਿਊਮਰ ਹੈ ਕਦੋਂ ਤੱਕ ਕਿਸੇ ਚੀਜ਼ ਦਾ ਯੂਜ਼ ਕਰੇਗਾ? ਜਦੋਂ ਤੱਕ ਕਹਿੰਦੀ ਉਹਦੀ ਮਾਰਜਨਲ ਯੂਟਿਲਿਟੀ ਹੈ ਜਿਹੜੀ ਉਹ ਪ੍ਰਾइस ਦੇ ਇਕੁਅਲ ਹੁੰਦੀ ਆ। ਅਗਰ ਕਦੀ ਗੁੱਡਸ ਦੀ ਡਿਮਾਂਡ ਤੋਂ ਕੁਆਂਟੀਟੀ ਇਨਕਰੀਜ਼ ਕਰਨ ਤੋਂ ਜਿਹੜੀ ਉਹਦੀ ਮਾਰਜਨਲ ਯੂਟਿਲਿਟੀ ਆ ਲੈਸ ਹੋਵੇ ਉਹਦੇ ਪ੍ਰਾइस ਤੋਂ, ਜਿੰਨਾ ਪ੍ਰਾइस ਪੇ ਕਰੇ ਗੁੱਡ ਦਾ, ਤਦ ਕਹਿੰਦੇ ਜਿਹੜਾ ਉਹ ਯੂਜ਼ ਹੈ ਉਹ ਗੁੱਡਸ ਦਾ ਬੰਦ ਕਰ ਦਿੰਦਾ। ਕਹਿੰਦੇ ਕੋਈ ਵੀ ਕੰਜ਼ਿਊਮਰਸ ਇਕੁਇਲਿਬ੍ਰੀਅਮ ਜਾਂ ਸਰਪਲਸ ਦੇ ਵਿੱਚ ਉਦੋਂ ਹੋਏਗਾ ਜਦੋਂ ਉਹ ਕਿਸੇ ਚੀਜ਼ ਤੇ ਜਿੰਨਾ ਖਰਚ ਕਰ ਰਿਹਾ, ਜਿੰਨਾ ਪ੍ਰਾइस ਉਸਦੇ ਬਦਲੇ ਦੇ ਰਿਹਾ ਗੁੱਡ ਦੇ ਬਦਲੇ, ਉਸ ਦੇ ਉਹਨੂੰ ਇਕੁਅਲ ਮਾਰਜਨਲ ਯੂਟਿਲਿਟੀ ਮਿਲ ਰਹੀ ਆ। ਕਿਉਂਕਿ ਇੱਥੇ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਅਪਲਾਈ ਹੋ ਰਿਹਾ। ਜਿਵੇਂ ਜਿਵੇਂ ਉਹ ਕਿਸੇ ਚੀਜ਼ ਦੀ ਜ਼ਿਆਦਾ ਵਰਤੋਂ ਕਰੇਗਾ, ਜ਼ਿਆਦਾ ਲੈਂਦਾ ਰਹੇਗਾ ਕਿਸੇ ਚੀਜ਼ ਨੂੰ ਜ਼ਿਆਦਾ, ਤਦ ਉਹਦੀ ਜਿਹੜੀ ਮਾਰਜਨਲ ਯੂਟਿਲਿਟੀ ਉਸ ਚੀਜ਼ ਤੋਂ ਮਿਲਣ ਵਾਲੀ ਉਹਨੂੰ ਘਟਦੀ ਜਾਵੇਗੀ। ਜਿਵੇਂ ਕਿ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਦੇਖਦੇ ਹੋ, ਜਿਵੇਂ ਕਿ ਤੁਸੀਂ ਤੁਹਾਨੂੰ ਭੁੱਖ ਲੱਗੀ ਹੈ, ਤੁਸੀਂ ਇੱਕ ਰੋਟੀ ਲੈਂਦੇ ਹੋ, ਤੁਹਾਨੂੰ ਬਹੁਤ ਜ਼ਿਆਦਾ ਸੈਟਿਸਫੈਕਸ਼ਨ ਮਿਲਦੀ ਹੈ, ਯੂਟਿਲਿਟੀ ਮਿਲਦੀ ਹੈ, ਤੁਹਾਨੂੰ 10 ਯੂਟਿਲਿਟੀ ਮਿਲਦੀ ਹੈ। ਲੇਕਿਨ ਉਸ ਤੋਂ ਬਾਅਦ ਤੁਸੀਂ ਦੂਸਰਾ ਫੁਲਕਾ ਲੈਂਦੇ ਹੋ ਤਾਂ ਉਸ ਤੋਂ ਤੁਹਾਨੂੰ ਉਸ ਤੋਂ ਘੱਟ ਯੂਟਿਲਿਟੀ ਮਿਲੇਗੀ, 8 ਮਿਲੇਗੀ। ਐਂਡ ਫਿਰ ਤੀਜਾ ਫੁਲਕਾ ਲੈਂਦੇ ਹੋ, 6 ਮਿਲੇਗੀ। ਮਾਰਜਨਲ ਯੂਟਿਲਿਟੀ ਜਿਹੜੀ ਆਪਣੀ ਜਿਵੇਂ ਜਿਵੇਂ ਆਪਾਂ ਕਿਸੇ ਚੀਜ਼ ਦਾ ਯੂਜ਼ ਵਧਾਉਂਦੇ ਜਾਂਦੇ ਹਾਂ ਤਾਂ ਘਟਦੀ ਜਾਂਦੀ ਆ। ਤਦ ਕਹਿੰਦੇ ਕੋਈ ਵੀ ਕੰਜ਼ਿਊਮਰਸ ਉਦੋਂ ਸਰਪਲਸ ਦੇ ਵਿੱਚ ਹੋਏਗਾ ਜਦੋਂ ਉਹ ਕਿਸੇ ਗੁੱਡ ਤੇ ਲਗਾਉਣ ਵਾਲੇ ਪ੍ਰਾइस ਤੋਂ ਜ਼ਿਆਦਾ ਯੂਟਿਲਿਟੀ ਲੈ ਰਿਹਾ, ਤਾਂ ਉਹ ਸਰਪਲਸ ਦੇ ਵਿੱਚ ਹੋਏਗਾ। ਅਗਰ ਇਕੁਅਲ ਲੈ ਰਿਹਾ ਤਾਂ ਉਹ ਉਸ ਉਦੋਂ ਤੱਕ ਕਿਸੇ ਚੀਜ਼ ਦਾ ਯੂਜ਼ ਕਰੇਗਾ, ਉਸ ਤੋਂ ਬਾਅਦ ਉਸ ਚੀਜ਼ ਦਾ ਯੂਜ਼ ਨੂੰ ਉਹ ਕੀ ਕਰ ਦੇਗਾ? ਘਟਾ ਦੇਵੇਗਾ। ਉਸ ਤੋਂ ਬਾਅਦ ਹੈ ਪ੍ਰੋਡਿਊਸਰ। ਪ੍ਰੋਡਿਊਸਰ ਕਿਸੇ ਵੀ ਚੀਜ਼ ਨੂੰ ਪ੍ਰੋਡਿਊਸ ਕਦੋਂ ਕਰੇਗਾ? ਕਹਿੰਦੇ ਪ੍ਰੋਡਿਊਸਰ ਸਰਪਲਸ ਦੇ ਵਿੱਚ ਤਾਂ ਉਦੋਂ ਹੋਏਗਾ ਜਦੋਂ ਜਿਹੜਾ ਪ੍ਰਾइस ਹੈ ਕਿਸੇ ਚੀਜ਼ ਦੀ ਪ੍ਰੋਡਕਸ਼ਨ ਤੋਂ ਬਾਅਦ ਉਸਨੂੰ ਸੇਲ ਕਰਨ ਤੋਂ ਬਾਅਦ ਜਿਹੜਾ ਪ੍ਰਾइस ਮਿਲ ਰਿਹਾ ਹੈ ਉਹਦੀ ਮਾਰਜਨਲ ਕਾਸਟ ਤੋਂ ਜ਼ਿਆਦਾ ਹੋਵੇ, ਤਦ ਤਾਂ ਪ੍ਰੋਡਿਊਸਰ ਸਰਪਲਸ ਦੇ ਵਿੱਚ ਹੋਏਗਾ। ਲੇਕਿਨ ਉਹ ਕਦੋਂ ਤੱਕ ਪ੍ਰੋਡਕਸ਼ਨ ਕਰੇਗਾ? ਜਦੋਂ P = MC ਹੋਏਗੀ, ਪ੍ਰਾइस = MC ਹੋਏਗੀ। ਜਿੰਨੀ ਉਸ ਗੁੱਡ ਦੀ ਪ੍ਰੋਡਕਸ਼ਨ ਤੇ ਮਾਰਜਨਲ ਕਾਸਟ ਆ ਰਹੀ ਹੈ ਤੇ ਉਸ ਗੁੱਡ ਤੋਂ ਪ੍ਰਾइस ਮਿਲ ਰਿਹਾ, ਜਦੋਂ ਤੱਕ ਇਕੁਅਲ ਹੋਏਗਾ ਉਦੋਂ ਤੱਕ ਜਿਹੜਾ ਆਪਣਾ ਪ੍ਰੋਡਿਊਸਰ ਹੈ ਉਹ ਸਰਪਲਸ ਦੇ ਵਿੱਚ ਹੋਏਗਾ। ਪ੍ਰੋਡਿਊਸਰ ਹੈ ਜਿਹੜਾ ਉਹ ਐਫੀਸ਼ੀਐਂਸੀ ਜਿਹੜੇ ਆਪਣੇ ਫੂਡ ਪ੍ਰੋਡਕਟਸ ਨੇ ਉਹਨਾਂ ਦੀ ਪ੍ਰੋਡਕਸ਼ਨ ਕਰੇਗਾ।
तद कहते टू इक्वेशन के थ्रू आप कह सकते हैं कि कोई भी अपनी जी इकोनमी और सरप्लस के कदों होएगी जो एम यू इज इक्वल टू एम सी होएगी। एम यू मीनस डिमांड कर्व डी डी कर्व एंड एम सी कर्व मीनस सप्लाई कर्व। जो सप्लाई पे कॉस्ट आ रही है तो जो एम यू मीनस डिमांड तो रुपीज़ आ रहे हैं प्राइस आ रहे हैं जो कहते आउटपुट के थ्रू रेवन्यू जो दोनों इक्वल होंगे एम सी ते अपना जो भी है एम यू तद फिर कहते एक जी इकोनमी अपनी सरप्लस के होएगी। उस तो बाद है अपना कॉम्पिटिटिव प्राइस एंड एफिशिएंसी। द फर्स्ट फंडामेंटल थ्योरी ऑफ वेलफेयर इकोनॉमी इतने वेलफेयर इकोनॉमी है जी अपनी वो इकनॉमिक्स वो टू थ्योरीज दी हुई ने फर्स्ट एंड सैकेंड थ्योरी प्राइस एंड एफिशिएंसी के थ्रू कि किस तरह प्राइस है जो कॉम्पिटिटिव मार्केट फिक्स होंगे प्राइस एंड एफिशिएंसी देखते हुए आप वेलफेयर इकनॉमिक्स के वाल जाने। तो वेलफेयर तुहानू पता ही है कि जिहदे थ्रू वेलफेयर हो अपनी इकोनॉमी का प्रोड्यूसर्स एंड कंज्यूमर्स दोनों का वेलफेयर होए कहते परीटो एफिशिएंटली एलोकेशन ऑफ रिसोर्सिस ने रिक्वायर किया है उन्होंने टू सॉल्यूशंस के थ्रू जी अपनी कॉम्पिटिटिव प्राइस एंड एफिशिएंसी दोनों ने समझाया है। उन्होंने टू थिंग्स लितियां सी परफेक्टली कॉम्पिटिटिव इकोनॉमी के एक्स एंड वाई गुड की प्रोडक्शन के बारे दसिया सी कि एक्स एंड वाई गुड्स के की होंदा सबस्टिट्यूट होंदा टू गुड्स के सबस्टिट्यूट होंदा उन्होंने रिसोर्सिस के भी सबस्टिट्यूट होंदा जो किसी भी गुड की आप प्रोडक्शन करते हैं तो इतने कहते ट्रेड ऑफ होंगी है बिटवीन द एक्स एंड वाई। ट्रेड ऑफ मीनस जो आप एक्स गुड की क्वांटिटी जेकर इंक्रीज करना हो तो वाई गुड की जी अपनी क्वांटिटी वो थोड़ी थोड़ी की करनी पैंती है डिक्रीज करनी पैंती है। तो कहते ये टू ट्रेड ऑफ जी मार्केट्स के इक्वेशनस ने सिचुएशनस ने आप उन्होंने देखते हैं। एक होंदा कहते इनू इस फर्स्ट थ्योरम इसको फर्स्ट थ्योरम भी कहते हैं जिहदे विच कहते आप चैक करते हैं टू इक्वेशनस नू मार्जिनल रेट ऑफ टैक्नीकल सबस्टिट्यूशन एक्स फॉर वाई जो इक्वल होएगा मार्जिनल रेट ऑफ सबस्टिट्यूशन एक्स फॉर वाई इज इक्वल टू प्राइस ऑफ एक्ट एंड प्राइस ऑफ वाई। तब कहते जी फर्स्ट जी फंडामेंटल थ्योरम ऑफ वेलफेयर इकनॉमिक्स वो अप्लाई होएगी जो कहते टू इक्वेशनस मार्जिनल रेट ऑफ technical substitutions x for y and marginal rate of substitution x for y is equal to ਕੀ ਹੋਏਗਾ price of x divided by price of y। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ ox ਅਕਸ਼ ਤੇ ਕੁਆਂਟੀਟੀ ਆਫ x ਲਿਖੀ ਹੋਈ ਹੈ oy ਅਕਸ਼ ਤੇ ਕੁਆਂਟੀਟੀ ਆਫ y ਲਿਖੀ ਹੋਈ ਹੈ ਠੀਕ ਹੈ। ਤਾਂ ਇੱਥੇ ਕੀ ਹੈ ਕੰਪੀਟੀਟਿਵ ਇਕੁਇਲਿਬ੍ਰੀਅਮ ਐਂਡ ਐਫੀਸ਼ੀਐਂਸੀ ਐਂਡ ਆउटपुट मिक्स दी डायग्राम देख रहे हो तुसी तो स्लोप अपनी की है प्राइस ऑफ एक्स माइनस प्राइस ऑफ वाई कि एक्स गुड की प्रोडक्शन में इंक्रीज करने के लिए आपको वाई गुड की कितनी क्वांटिटी में रिप्लेस करना पैंदा। तो इतने की है जी मार्जिनल रेट ऑफ टैक्नीकल सबस्टिट्यूशन है एंड मार्जिनल रेट ऑफ सबस्टिट्यूशन कर्व्स ने जो दोनों पीपीसी कर्व में टेंजेंट कर रही ने तो इतने की ने इक्वल ने कदे इक्वालिटी शो कर रही ने तो एक्स एंड वाई गुड की जी है प्रॉपर जो रिसोर्सिस ने उनकी एलोकेशन ऑफ रिसोर्सिस हो रही है प्रॉपर फैक्टर ऑफ प्रोडक्शन के रिसोर्सिस ने उन्होंने वरते जा रहा है तो प्रॉपर एक्स एंड वाई गुड की प्रोडक्शन हो रही है दूसरे घटाए तो बिना हो रही है ठीक है तो फुली यूटिलाइजेशन हो रही है। तब फिर इतने मार्जिनल रेट ऑफ जी है टैक्नीकल सबस्टिट्यूशन एंड मार्जिनल रेट ऑफ सबस्टिट्यूशन वाली जी दोनों डायग्राम्स ने वो पीपीसी कर्व के टेंजेंट्स ने ठीक है। तो स्लोप है जो अपनी पी एक्स डिवाइड बाई पी वाई है तो इतने की शो हो रहा है कॉम्पिटिटिव प्राइस एंड एफिशिएंसी कि जिन्ना प्राइस मिल रहा है जिन्नी अपनी इनकम हो रही है रेवन्यू हो रही है एंड एक्स एंड वाई गुड तो एंड जो उन्होंने कॉस्ट आ रही है एफिशिएंसी के थ्रू जो प्रोडक्शन के कॉस्ट आ रही दोनों की ने इक्वल है। तो दिस इज अ वेलफेयर इकोनॉमी जितनी अपनी इकोनॉमी वेलफेयर जितने मार्जिनल रेट ऑफ टेक्निकल सब्सटीट्यूशन एंड मार्जिनल रेट ऑफ सब्सटीट्यूशन इक्वल इज इक्वल टू प्राइस ऑफ एक्स डिवाइड बाय प्राइस ऑफ वाई। अगे क्या डिपार्टिंग फ्रॉम द कॉम्पिटिटिव असम्पशंस कहते ये है कॉम्पिटिटिव असम्पशंस ने कुछ जो लिखी गई ने जिन्होंने मान के चले जाता है कि इम्परफेक्ट कॉम्पीटिशन तो पता है कि जितने डिफरेंट टाइप्स ऑफ मार्केट्स होंगे ने जिन्हें कि मोनोपोली ओलिगोपोली एंड ड्यूपोली जिथे कहते जो प्रोडक्ट्स ने लार्ज नंबर ऑफ बायर्स होंगे ने लेकिन सैलर फ्यू होंगे ने दो भी हो सकते हैं तो जो प्रोडक्ट्स ने वो डिफरेंट सेल किए जाते हैं प्रोडक्ट डिफरेंशिएट होंगे है तो प्राइस होंगे जो हर एक फर्म अपने आप की करती है सिलैक्ट करती है। तो फिर इतने अफेक्टिव यूज कहते उन्होंने किस तरह डिपेंड करेगा इम्परफेक्ट कॉम्पीटिशन जिन्नियां भी फर्म्स होंगे ने मोस्टली की चाहती होंगे ने वो प्रॉफिट मैक्सीमाइजेशन चाहती होंगे जितों तक उन्होंने जिमें उन्होंने प्रॉफिट मैक्सीमाइजेशन होएगा उन्होंने जो है सरप्लस होएगा उन्होंने सुपरनॉमिनल प्रॉफिट होएगा उसके लिए कहते हो प्राइस है जो अपने आप फिक्स करनी तो उन्होंने रिसोर्सिस ही यूज करनगियां जिन्हों के थ्रू कहते प्रोडक्शन ज़्यादा होवे
ठीक है, जिवें कि इनपुट करते अपनी जिहड़ी आउटपुट है ज़्यादा होवे ते जिन्हां दी कॉस्ट घट आवे तां इन्हां दे कंट्रोल दे अंडर हुंदा सारा कुछ। एंड सैकंड इज एक्सटर्नलिटीज। एक्सटर्नलिटीज मीनस बाहरी ताकत। ਹੁਣ ਜਦੋਂ ਕੋਈ ਵੀ ਕਹਿੰਦੇ ਆਪਣੀ ਮਾਰਕੀਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਗੁड्स ਦੀ ਪ੍ਰੋਡਕਸ਼ਨ ਹੁੰਦੀ ਆ ਤਾਂ ਡਿਫਰੈਂਟ ਟਾਈਪਸ ਆਫ ਜਿਹੜੀਆਂ ਆਪਣੀਆਂ ਪ੍ਰੋਬਲਮਸ ਨੇ ਮਾਰਕੀਟ ਦੇ ਵਿੱਚ ਉਹ ਆਉਂਦੀਆਂ ਆਪਣੀ ਇਕੋਨਮੀ ਦੇ ਵਿੱਚ ਉਹ ਆਉਂਦੀਆਂ ਜਿਵੇਂ ਕਿ 에ਅਰ ਪੋਲਿਊਸ਼ਨ ਹੋ ਗਿਆ, ਵਾਟਰ ਪੋਲਿਊਸ਼ਨ ਹੋ ਗਿਆ, ਨੋਇਸ ਪੋਲਿਊਸ਼ਨ ਹੋ ਗਿਆ, ਜਿਹੜੀਆਂ ਐਕਸਟਰਨਲਿਟੀਜ਼ ਨੇ ਇਹਨਾਂ ਦੇ ਥਰੂ ਜਿਹੜੀ ਆਪਣੀ ਇਕੋਨਮੀ ਦੇ ਵਿੱਚ ਕੰਜ਼ਿਊਮਰ ਪ੍ਰੋਡਿਊਸਰਸ ਪਲਸ ਜਿਹੜੀ ਆਪਣੀ ਪੀਪਲਸ ਨੇ ਆਪਣੀ ਇਕੋਨਮੀ ਹੈ ਉਹਨੂੰ ਪੂਰਾ ਲਾਸ ਹੁੰਦਾ ਤਾਂ ਇਹਨਾਂ ਐਕਸਟਰਨਲਿਟੀਜ਼ ਨੂੰ ਕਹਿੰਦੇ ਘਟਾਉਣ ਦੇ ਲਈ ਵੀ ਇਸ ਤਰ੍ਹਾਂ ਰਿਸੋਰਸਿਸ ਦਾ ਯੂਜ਼ ਕਰੀਏ ਤਾਂ ਜਿਹੜੀਆਂ ਐਕਸਟਰਨਲਿਟੀਜ਼ ਨੇ ਨੈਗੇਟਿਵ ਐਕਸਟਰਨਲਿਟੀਜ਼ ਨੇ ਉਹ ਘੱਟ ਤੋਂ ਘੱਟ ਹੋਣ ਤਾਂ ਆਪਾਂ ਇਸ ਤਰ੍ਹਾਂ ਐਲੋਕੇਸ਼ਨਸ ਵੀ ਸਫੀਸ਼ੀਐਂਟ ਯੂਜ਼ ਕਰੀਏ ਰਿਸੋਰਸਿਸ ਦਾ ਕਿ ਜਿਹੜਾ ਆਪਣੀ ਪੀਪਲਸ ਹੈ ਕਾਮਨ ਪੀਪਲ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਏਅਰ ਵਾਟਰ ਤੇ ਨੋਇਸ ਪੋਲਿਊਸ਼ਨਸ ਘੱਟ ਤੋਂ ਘੱਟ ਹੋਵੇ ਦੈਨ ਨੈਕਸਟ ਇਜ਼ ਅ ਪਬਲਿਕ ਗੁੱਡਸ ਦੇ ਵਿੱਚ ਗਵਰਨਮੈਂਟ ਗੁੱਡਸ ਆਉਂਦੀਆਂ ਨੇ ਜਿਹੜੀਆਂ ਹੁਣ ਗਵਰਨਮੈਂਟ ਗੁੱਡਸ ਹੁੰਦੀਆਂ ਨੇ ਤਾਂ ਫਿਰ ਇਹਨਾਂ ਦੀ ਕਹਿੰਦੇ ਇਹਨਾਂ ਦਾ ਮੇਨ ਮੋਟਿਵ ਕੀ ਹੁੰਦਾ ਸੋਸ਼ਲ ਵੈਲਫੇਅਰ ਹੁੰਦਾ ਸੋਸ਼ਲ ਵੈਲਫੇਅਰ ਹੁੰਦਾ ਗਵਰਨਮੈਂਟ ਕੀ ਕਰਦੀ ਹੈ ਫ੍ਰੀ ਕਾਸਟ ਆਫ ਜਿਹੜੀਆਂ ਇਹ ਪਬਲਿਕ ਗੁੱਡਸ ਨੇ ਚਾਹੇ ਟਰਾਂਸਪੋਰਟ ਨੇ ਚਾਹੇ ਸਬਸਿਡੀਜ਼ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਹੈਲਥ ਫੈਸਿਲਿਟੀਜ਼ ਨੇ ਇਹਨਾਂ ਨੂੰ ਕੀ ਕਰਦੀ ਆ ਆਪਣੇ ਕੰਜ਼ਿਊਮਰਸ ਨੂੰ ਪ੍ਰੋਵਾਈਡ ਕਰਦੀ ਤਾਂ ਇੱਥੇ ਜਿਹੜੀ ਹੈ ਆਪਣੇ ਜਿਹੜਾ ਪ੍ਰੋਫਿਟ ਹੈ ਜਾਂ ਫਿਰ ਆਪਣਾ ਵੈਲਫੇਅਰ ਪ੍ਰੋਡਿਊਸਰ ਵੈਲਫੇਅਰ ਉਹ ਥੋੜਾ ਥੋੜਾ ਇਹ ਘਟਨਾ ਸਟਾਰਟ ਹੋ ਜਾਂਦਾ ਲੇਕਿਨ ਜਿਹੜੇ ਕੰਜ਼ਿਊਮਰਸ ਨੇ ਉੱਥੇ ਮਾਰਜਨਲ ਯੂਟਿਲਿਟੀ ਗੇਨ ਕਰਦੇ ਤਾਂ ਪਬਲਿਕ ਗੁੱਡਸ ਨੇ ਜਿਹੜੀਆਂ ਉਹ ਟੋਟਲੀ ਉਹਨਾਂ ਦੇ ਹੱਥ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੇ ਕੰਟਰੋਲ ਦੇ ਅੰਡਰ ਹੁੰਦੀਆਂ ਨੇ ਨੈਕਸਟ ਇਜ਼ ਇੰਪਰਫੈਕਟ ਨੌਲੇਜ ਦੇ ਵਿੱਚ ਆਏਗਾ ਕਿ ਜਿਹੜੇ ਆਪਣੇ ਇੱਥੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਤਾਂ ਜਿੰਨੇ ਵੀ ਆਪਣੇ ਬਾਇਰਸ ਹੁੰਦੇ ਨੇ ਉਹਨਾਂ ਨੂੰ ਪਰਫੈਕਟ ਨੌਲੇਜ ਹੁੰਦੀ ਹੈ ਫੁੱਲੀ ਨੌਲੇਜ ਹੁੰਦੀ ਹੈ ਕਿਸੇ ਵੀ ਪ੍ਰੋਡਕਟ ਦੀ ਕਿ ਕਿਸ ਚੀਜ਼ ਦੀ ਕਿੰਨੀ ਪ੍ਰਾਈਸ ਹੈ ਕੋਈ ਵੀ ਮਾਰਕੀਟ है तो किस प्राइस से सेल हो रहा है लेकिन इनपरफेक्ट कंपटीशन ਦੇ ਵਿੱਚ ਪ੍ਰੋਪਰ ਜਿਹੜੀ ਹੈ ਨੌਲੇਜ ਨਹੀਂ ਹੁੰਦੀ ਬਾਇਰਸ ਨੂੰ ਤਾਂ ਉਹ ਜਿਹੜੇ ਆਪਣੇ ਪ੍ਰੋਡਿਊਸਰਸ ਨੇ ਉਹ ਈਜ਼ੀਲੀ ਜਿਹੜਾ ਪ੍ਰੋਫਿਟ ਹੈ ਗੇਨ ਕਰ ਸਕਦੇ ਨੇ ਲੇਕਿਨ ਇਨਪਰਫੈਕਟ ਜਿਹੜੀ ਹੈ ਇਨਫੋਰਮੇਸ਼ਨ ਦੇ ਵਿੱਚ ਇਹ ਪ੍ਰੋਫਿਟ ਗੇਨ ਕਰਨਾ ਪ੍ਰੋਡਿਊਸਰ ਸੇ ਥਰੂ ਪੋਸੀਬਲ ਹੈ ਲੇਕਿਨ ਪਰਫੈਕਟ ਇਨਫੋਰਮੇਸ਼ਨ ਦੇ ਵਿੱਚ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਹੈ ਬਾਇਰਸ ਨੂੰ ਨੌਲੇਜ ਹੋਣ ਦੇ ਕਾਰਨ ਪ੍ਰੋਡਿਊਸਰਸ ਚੰਗੀ ਤਰ੍ਹਾਂ ਆਪਣਾ जो है प्रॉफिट नहीं ले सकते क्योंकि वो प्राइस वगैरह में इंक्रीज डिक्रीज नहीं कर सकते जिन्हें थ्रू अपनी डिमांड है की होएगी टोटली अफेक्ट हो तद ਅੱਜ ਵਾਲੇ ਡਾਇਗਰਾਮ ਦੇ ਵਿੱਚ ਆਪਾਂ ਨੇ ਵੈਲਫੇਅਰ ਦੀ ਗੱਲ ਕੀਤੀ ਹੈ ਐਲੋਕੇਟਿਵ ਐਂਡ ਐਫੀਸ਼ੀਐਂਸੀ ਜਿਹੜੇ ਰਿਸੋਰਸਸ ਨੇ ਪ੍ਰੋਡਕਸ਼ਨ ਮਿਕਸ ਹੈ ਆਪਣੀ ਤੇ ਪ੍ਰੋਡਕਟ ਮਿਕਸ ਹੈ ਐਂਡ ਉਸ ਤੋਂ ਬਾਅਦ ਟੈਕਨੋਲੋਜੀਕਲ ਐਫੀਸ਼ੀਐਂਸੀ ਹੈ ਪ੍ਰੋਡਕਸ਼ਨ ਐਫੀਸ਼ੀਐਂਸੀ ਹੈ ਐਂਡ ਫਿਰ ਕੰਪੀਟੀਟਿਵ ਮਾਰਕੀਟ ਦੇ ਵਿੱਚ ਆਪਾਂ ਕਿਸ ਤਰ੍ਹਾਂ ਪ੍ਰਾਈਸ ਐਂਡ ਐਫੀਸ਼ੀਐਂਸੀ ਨੂੰ ਸੈੱਟ ਕਰ ਸਕਦੇ ਹਾਂ ਇਕਨੋਮਿਕ ਸਰਪਲਸ ਹੈ ਜਿਹੜਾ ਕੰਜ਼ਿਊਮਰ ਤੇ ਪ੍ਰੋਡਿਊਸਰ ਸਰਪਲਸ ਨੂੰ ਮਿਲ ਕੇ ਬਣਦਾ ਹੈ ਉਸ ਦੀ ਗੱਲ ਕੀਤੀ ਅੱਜ ਵਾਲਾ ਇਹ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ ਧੰਨਵਾਦ